ਫਲਾਂ ਨੂੰ ਲੈ ਕਰ ਆਏ। ਪ੍ਰਭੂ ਯਿਸੂ ਆਪਦੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਪ੍ਰਾਰਥਨਾ। ਆਮੇਨ ਆਮੇਨ ਹਾਲੇਲੂਇਆ। ਇਸ ਤੋਂ ਪਹਿਲਾਂ ਆਪਾਂ ਵਚਨ 'ਚ ਜਾਈਏ। ਇੱਕ ਦੂਸਰੇ ਨੂੰ ਬੋਲੋ ਕਿ ਵਚਨ ਨੂੰ ਧਿਆਨ ਨਾਲ ਸੁਣ। ਹਾਲੇਲੂਇਆ ਬੋਲੋ ਇੱਕ ਦੂਸਰੇ ਨੂੰ, ਕਿਉਂਕਿ ਪ੍ਰਭੂ ਨੇ ਪਰਮੇਸ਼ਰ ਨੇ ਤੁਹਾਡੇ ਮੂੰਹ ਦੇ ਅੰਦਰ ਕੀ ਦਿੱਤੀ? ਪਾਵਰ ਦਿੱਤੀ ਹੋਈ ਆ। ਹਾਲੇਲੂਇਆ ਹਾਲੇਲੂਇਆ। ਔਰ ਇਸ ਤੋਂ ਪਹਿਲਾਂ ਅਸੀਂ ਵਚਨ ਦੇ ਵਿੱਚ ਜਾਈਏ, ਜਾਂ ਵਚਨ ਨੂੰ ਮੈਂ ਸਟਾਰਟ ਕਰਾਂ। ਅਸੀਂ ਇਸ ਚੀਜ਼ ਨੂੰ ਜਾਣਾਂਗੇ ਕਿ ਚਰਚ ਕੀ ਚੀਜ਼ ਆ। ਹਾਲੇਲੂਇਆ ਕਿ ਵਾਟ ਇਜ਼ ਆ ਚਰਚ। ਅਸੀਂ ਜਦੋਂ ਚਰਚ ਦਾ ਨਾਮ ਲੈਂਦੇ ਆ ਜਾਂ ਅਸੀਂ ਕਿਸੇ ਨੂੰ ਦੱਸਦੇ ਆ ਤੇ ਸਾਡੇ ਮਾਈਂਡ ਦੇ ਅੰਦਰ ਸਭ ਤੋਂ ਪਹਿਲਾਂ ਕੀ ਆਉਂਦਾ ਵਾ ਕਿ ਇੱਕ ਬਿਲਡਿੰਗ, ਇੱਕ ਪਲੇਸ ਜਾਂ ਕੋਈ ਇਦਾਂ ਦੀ ਜਗ੍ਹਾ ਜਿੱਥੇ ਇਦਾਂ ਹੱਟ ਬਣੀ ਹੋਈ ਆ। ਜਾਂ ਕੋਈ ਇਦਾਂ ਦੀ ਜਗ੍ਹਾ ਜਿੱਥੇ ਕ੍ਰੋਸ ਲੱਗੇ ਹੋਏ ਆ ਜਾਂ ਹੱਟ ਬਣੀ ਹੋਈ ਆ। ਔਰ ਹਮੇਸ਼ਾ ਸਾਡੇ ਮਾਈਂਡ 'ਚ ਆਉਂਦਾ ਕਿ ਇਹਨੂੰ ਅਸੀਂ ਕੀ ਸੋਚਦੇ ਹਾਂ ਕਿ ਇਹ ਕੀ ਆ? ਚਰਚ ਆ। ਹਾਲੇਲੂਇਆ। ਪਰ ਅਸਲ ਦੇ ਵਿੱਚ ਚਰਚ ਕੀ ਚੀਜ਼ ਆ? ਬਾਈਬਲ ਨੂੰ ਜਦੋਂ ਆਪਾਂ ਧਿਆਨ ਨਾਲ ਪੜ੍ਹਦੇ ਹਾਂ, ਬਾਈਬਲ ਦੇ ਵਿੱਚ ਇੱਕ ਆਇਤ ਲਿਖੀ, ਪਰਮੇਸ਼ਰ ਨੇ ਕਿਆ ਕਹਿੰਦਾ? ਜਹਾਂ 2 ਜਾਂ 3 ਜਨ। ਹਾਲੇਲੂਇਆ। ਐਕਚੁਅਲ ਦੇ ਵਿੱਚ ਚਰਚ ਕੀ ਆ? ਚਰਚ ਹੈਗਾ ਵਾ ਵਿਸ਼ਵਾਸੀਆਂ ਦਾ ਝੁੰਡ। ਹਾਲੇਲੂਇਆ। ਕੀ ਹੈਗਾ ਵਾ? ਵਿਸ਼ਵਾਸੀਆਂ ਦਾ ਇੱਕ ਝੁੰਡ। ਉਹ ਵਿਸ਼ਵਾਸੀ 2 ਵੀ ਹੋ ਸਕਦੇ, 3 ਵੀ ਹੋ ਸਕਦੇ ਨੇ, 4 ਹੋ ਸਕਦੇ, 50 ਵੀ ਹੋ ਸਕਦੇ ਔਰ 100 ਵੀ ਹੋ ਸਕਦੇ। ਹਾਲੇਲੂਇਆ। ਜੋ ਵਿਸ਼ਵਾਸੀਆਂ ਦਾ ਇੱਕ ਝੁੰਡ ਹੁੰਦਾ ਵਾ, ਜਿੱਦਾਂ ਅੱਜ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਤੇ ਅਸੀਂ ਸਾਰੇ ਕੀ ਆ? ਇੱਕ ਚਰਚ ਆ। ਹਾਲੇਲੂਇਆ। ਜਿਹਨੂੰ ਆਪਾਂ ਹਿੰਦੀ 'ਚ ਕਹਿੰਦੇ ਆ ਕਲੀਸਿਆ। ਹਾਲੇਲੂਇਆ। ਦੇਖੋ, ਇਸ ਤੋਂ ਪਹਿਲਾਂ ਆਪਾਂ ਕਿਸੇ ਚੀਜ਼ ਨੂੰ ਸੁਣੀਏ ਜਾਂ ਜਾਣੀਏ ਤੇ ਹਮੇਸ਼ਾ ਜਦੋਂ ਆਪਾਂ ਕੋਈ ਚੀਜ਼ ਲੈਣੇ ਤੇ ਉਹਦੇ ਉੱਤੇ ਇੱਕ ਉਹ ਟਾਈਟਲ ਲਿਖਿਆ ਹੁੰਦਾ ਜਾਂ ਇੱਕ ਚੀਜ਼ ਲਿਖੀ ਹੁੰਦੀ ਆ ਕਿ ਹਾਂ ਇਹ ਜਿਹੜੀ ਚੀਜ਼ ਹੈਗੀ ਆ ਇਹਦੇ ਨਾਲ ਜੁੜੀ ਹੋਈ ਆ ਜਾਂ ਤੁਸੀਂ ਇਹਨੂੰ ਇਦਾਂ ਯੂਜ਼ ਕਰ ਸਕਦੇ। ਹਾਲੇਲੂਇਆ। ਇਸੇ ਲਈ ਵਚਨ 'ਚ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਚੀਜ਼ ਦੱਸੀ ਕਿ ਚਰਚ ਕੀ ਚੀਜ਼ ਆ। ਹਾਲੇਲੂਇਆ। ਚਰਚ ਕੋਈ ਬਿਲਡਿੰਗ ਨਹੀਂ ਹੈਗੀ। ਚਰਚ ਕੋਈ ਇੱਕ ਇਦਾਂ ਦੀ ਜਗ੍ਹਾ ਨਹੀਂ ਜਿੱਥੇ ਆਪਾਂ ਪ੍ਰੇਅਰ ਕਰਦੇ ਆ ਜਾ ਕੇ। ਪੁਰਾਣੇ ਟਾਈਮ ਦੇ ਵਿੱਚ ਚਰਚ ਕਿੱਦਾਂ ਸਟਾਰਟ ਹੋਇਆ? 120 ਲੋਕ ਸੀ, 120 ਨੇ ਪ੍ਰਾਰਥਨਾ ਕੀਤੀ, ਪਵਿੱਤਰ ਆਤਮਾ ਉਤਰਿਆ, ਪਤਰਸ ਨੇ ਪ੍ਰਚਾਰ ਸ਼ੁਰੂ ਕੀਤਾ ਔਰ ਜਦ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਉਹ ਕੀ ਹੋ ਗਿਆ? ਇੱਕ ਚਰਚ ਬਣ ਗਈ। ਹਾਲੇਲੂਇਆ। ਔਰ ਚਰਚ ਜਿਹੜੀ ਹੁੰਦੀ ਆ ਉਹਨੂੰ ਕ੍ਰਾਈਸਟ ਬੋਡੀ ਵੀ ਕਹਿੰਦੇ ਆ। ਹਾਲੇਲੂਇਆ। ਮਤਲਬ ਮਸੀਹ ਦੀ ਦੇਹ ਕਹਿੰਦੇ ਆ। ਬਾਈਬਲ ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਸਾਡਾ ਇੱਕ ਸਿਰ ਆ ਔਰ ਅਸੀਂ ਕੀ ਆ? ਉਹਦੀ ਇੱਕ ਦੇਹ ਆ। ਹਾਲੇਲੂਇਆ। ਹੁਣ ਜੋ ਸਾਡਾ ਅੱਜ ਜੋ ਮੇਨ ਵਚਨ ਆ, ਇਸ ਲਈ ਮੈਂ ਕਿਹਾ ਕਿ ਇਹਨੂੰ ਧਿਆਨ ਦੇ ਨਾਲ ਸੁਣਨਾ ਵਾ। ਔਰ ਅੱਜ ਮੈਂ ਕਾਫੀ ਜਿਨ੍ਹਾਂ ਨੂੰ ਕਿਹਾ, ਮੈਂ ਕਿਹਾ ਜਦੋਂ ਤੁਸੀਂ ਵਚਨ ਸੁਣੋਗੇ, ਵਚਨ ਕੀ ਕਰੂਗਾ? ਤੁਹਾਨੂੰ ਬਿਲਡ ਕਰੇਗਾ। ਹਾਲੇਲੂਇਆ। ਜੋ ਅੱਜ ਦਾ ਟੌਪਿਕ ਉਹਨੂੰ ਤੁਸੀਂ ਲਿਖ ਵੀ ਸਕਦੇ ਹੋ, ਉਹ ਹੈਗਾ ਵਿਸ਼ਵਾਸੀ ਔਰ ਵਿਸ਼ਵਾਸ। ਹਾਲੇਲੂਇਆ। ਕਿ ਵਿਸ਼ਵਾਸੀ ਕੀ ਨੇ ਔਰ ਵਿਸ਼ਵਾਸ ਕੀ ਚੀਜ਼ ਆ। ਹਾਲੇਲੂਇਆ। ਔਰ ਇਹਨਾਂ ਦੋਨਾਂ ਦੇ ਵਿੱਚੋਂ ਅਸੀਂ ਸਭ ਤੋਂ ਪਹਿਲਾਂ ਜੋ ਚੀਜ਼ ਕਰਾਂਗੇ ਉਹ ਆਪਾਂ ਸੁਣਾਂਗੇ, ਉਸ ਬਾਰੇ ਗੱਲ ਕਰਾਂਗੇ, ਉਹ ਹੈਗਾ ਫੇਥ। ਹਾਲੇਲੂਇਆ। ਫੇਥ ਇੱਕ ਇਦਾਂ ਦੀ ਚੀਜ਼ ਆ, ਵਿਸ਼ਵਾਸ ਇੱਕ ਇਦਾਂ ਦੀ ਚੀਜ਼ ਆ, ਉਹ ਤੁਹਾਨੂੰ ਕਿਸੇ ਵੀ ਮੰਜ਼ਿਲ ਦੇ ਉੱਤੇ, ਤੁਹਾਨੂੰ ਕਿਸੇ ਵੀ ਲੈਵਲ ਦੇ ਉੱਤੇ ਕੀ ਕਰ ਸਕਦੀ ਆ? ਪਹੁੰਚਾ ਸਕਦੀ ਆ। ਹਾਲੇਲੂਇਆ। ਹੁਣ ਫੇਥ ਕੀ ਆ? ਬਾਈਬਲ ਦੇ ਅਕੋਰਡਿੰਗ ਵਿਸ਼ਵਾਸ ਕੀ ਆ? ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਨਾ ਹੀ ਇੱਕ ਕੀ ਆ? ਫੇਥ ਹੈਗਾ। ਹਾਲੇਲੂਇਆ। ਹੁਣ ਹਰ ਇੱਕ ਜਿਹੜਾ ਕੇਸ ਹੈਗਾ ਵਾ ਆਪਾਂ ਬਾਈਬਲ ਦੇ ਵਿੱਚ ਦੇਖਦੇ, ਹਰ ਇੱਕ ਕੇਸ ਕੀ ਆ? ਅਲੱਗ-ਅਲੱਗ ਆ। ਹਰ ਕਿਸੇ ਦਾ ਕੇਸ ਅਲੱਗ ਆ। ਕਿਸੇ ਨੂੰ ਕਿਸੇ ਚੀਜ਼ ਦੀ ਪ੍ਰੇਅਰ ਦੀ ਲੋੜ ਆ, ਕਿਸੇ ਨੂੰ ਕਿਸੇ ਚੀਜ਼ ਦੀ ਪ੍ਰੇਅਰ ਦੀ ਜ਼ਰੂਰਤ ਆ। ਪਰ ਸਾਰੀ ਚੀਜ਼ ਕਿੱਥੋਂ ਆ ਕੇ ਸ਼ੁਰੂ ਹੁੰਦੀ ਆ ਔਰ ਕਿੱਥੋਂ ਵੀ ਜਾ ਕੇ ਉਹਦਾ ਐਂਡ ਹੁੰਦਾ, ਉਹ ਚੀਜ਼ ਹੈਗੀ ਆ ਵਿਸ਼ਵਾਸ। ਹਾਲੇਲੂਇਆ। ਔਰ ਕਈ ਵਾਰੀ ਲੋਕ ਮਿਲਦੇ ਆ ਔਰ ਜਦੋਂ ਆਪਾਂ ਉਹਨਾਂ ਨੂੰ ਪ੍ਰੇਅਰ ਕਰਦੇ ਆ ਜਾਂ ਅਸੀਂ ਉਹਨਾਂ ਨੂੰ ਪਰਮੇਸ਼ਰ ਬਾਰੇ ਦੱਸਦੇ ਆ, ਤੇ ਅੱਜ ਵੀ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਅਨੋਇੰਟਿੰਗ ਆ, ਲੋਕ ਕਹਿੰਦੇ ਸਾਨੂੰ ਮੱਸਾ ਚਾਹੀਦਾ, ਸਾਨੂੰ ਆਹ ਚੀਜ਼ ਚਾਹੀਦੀ, ਸਾਨੂੰ ਵੀਜ਼ਾ ਚਾਹੀਦਾ
ਜਾਂ ਸਾਨੂੰ ਇਹ ਪ੍ਰਾਪਰਟੀ ਚਾਹੀਦੀ ਆ, ਜਾਂ ਮੈਨੂੰ ਫਾਈਨੈਂਸ਼ੀਅਲੀ ਆ ਬਲੇਸਿੰਗ ਚਾਹੀਦੀ ਆ, ਹਾਲੇਲੂਇਆ, ਜਾਂ ਮੈਨੂੰ ਕੁਝ ਹੋਰ ਚੀਜ਼ ਚਾਹੀਦੀ। ਅਨੋਇੰਟਿੰਗ ਕੀ ਕਿਸ ਚੀਜ਼ ਤੇ ਨਿਰਧਾਰਿਤ ਆ? ਉਹ ਨਿਰਧਾਰਿਤ ਆ ਕਿਹਦੇ ਉੱਤੇ? ਵਿਸ਼ਵਾਸ ਦੇ ਉੱਤੇ। ਜਿਹੜਾ ਮਸਾ ਵਾ ਉਹ ਡਿਮਾਂਡ ਕਰਦਾ ਵਾ ਤੁਹਾਡਾ ਵਿਸ਼ਵਾਸ, ਤੁਹਾਡਾ ਫੇਥ। ਇਸ ਲਈ ਤੁਸੀਂ ਦੇਖੋਗੇ ਕਿਸੇ ਦੇ ਅੰਦਰ ਮਸਾ ਜ਼ਿਆਦਾ ਵਾ, ਕਿਸੇ ਦੇ ਅੰਦਰ ਘੱਟ ਆ, ਪਰ ਬਾਈਬਲ ਕਹਿੰਦੀ ਉਹ ਕਿਸੇ ਨੂੰ ਵੀ ਨਾਪ ਕੇ ਨਹੀਂ ਦਿੰਦਾ। ਜਿੱਦਾਂ ਅਗਰ ਪਰਮੇਸ਼ਰ ਇਸ ਹਿੱਸੇ 'ਚ ਮਸਾ ਦਊਗਾ, ਉਹ ਇਸ ਹਿੱਸੇ 'ਚ ਵੀ ਬਰਾਬਰ ਮਸਾ ਦਊਗਾ। ਪਰ ਕਿਸ ਚੀਜ਼ ਦੇ ਉੱਤੇ ਮਸਾ ਨਿਰਧਾਰਿਤ ਕਰਦਾ ਵਾ? ਕਿ ਵਿਸ਼ਵਾਸ ਦੇ ਉੱਪਰ। ਹਾਲੇਲੂਇਆ। ਹੁਣ ਜੋ ਮੈਂ ਤੁਹਾਨੂੰ ਗੱਲ ਕਹੀ ਕਿ ਵਿਸ਼ਵਾਸ ਕੀ ਆ, ਵਿਸ਼ਵਾਸ ਜੋ ਹੈਗਾ ਵਾ ਪ੍ਰਭੂ ਯਿਸੂ ਮਸੀਹ ਤੇ ਜੋ ਆਪਾਂ ਫੇਥ ਕਰਦੇ ਆ ਉਹਨੂੰ ਕਹਿੰਦੇ ਆ ਵਿਸ਼ਵਾਸ। ਹਾਲੇਲੂਇਆ। ਇਸੇ ਲਈ ਅੱਜ ਮੈਂ ਕੁਝ ਚੀਜ਼ਾਂ ਲਿਖ ਕੇ ਆਪਾਂ ਲੈ ਕੇ ਆਏ ਆ ਕਿ ਅਸੀਂ ਉਸ ਵਚਨ ਨੂੰ ਸਮਝ ਸਕੀਏ। ਹਾਲੇਲੂਇਆ। ਔਰ ਅਸੀਂ ਇੱਕ ਵਚਨ ਪੜਾਂਗੇ ਇਬਰਾਨੀਓ 11 ਔਰ ਉਹਦੀ 1 ਆਇਤ। ਹਾਲੇਲੂਇਆ। ਕੋਈ ਵੀ ਤੁਹਾਡੇ ਤੋਂ ਪੜ ਸਕਦਾ। अब विश्वास आशा की हुई वस्तुओं का निश्चय और अनदेखी वस्तुओं का प्रमाण है। हालेलुया। और इसे आयत को फिर एक बार दोबारा ਤੁਸੀਂ पढ़ो। और अगर किसी को बाइबल नहीं हैगी वो इथों भी इस वचन ਨੂੰ पढ़ सकता। हालेलुया। अब विश्वास आशा की हुई वस्तुओं का निश्चय और अनदेखी वस्तुओं का प्रमाण है। हालेलुया। हालेलुया। ਹੁਣ ਦੇਖੋ ਬਾਈਬਲ ਇਹ ਬਿਆਨ ਕਰ ਰਹੀ ਆ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ। ਕਹਿੰਦਾ ਇਬਰਾਨੀਓ 11 ਔਰ ਉਹਦੀ 1 ਆਇਤ ਤੇ ਲਿਖਿਆ, ਕਹਿੰਦਾ ਅਬ ਵਿਸ਼ਵਾਸ आशा की हुई वस्तुओं का निश्चय और अनदेखी वस्तुओं का प्रमाण है। हालेलुया। ਹੁਣ ਫੇਥ ਕੀ ਚੀਜ਼ ਹੈਗੀ ਆ? ਆਪਾਂ ਬਹੁਤ ਵਾਰ ਬੋਲਦੇ ਹਾਂ ਮੈਨੂੰ ਪ੍ਰਭੂ ਤੇ ਫੇਥ ਹੈਗਾ ਵਾ, ਹਾਂ ਮੈਂ ਚਰਚ ਵੀ ਜਾਂਦੀ ਆ, ਮੈਂ ਚਰਚ ਵੀ ਜਾਣਾ, ਮੈਨੂੰ ਕੀ ਹੈਗਾ? ਪਰਮੇਸ਼ਰ ਦੇ ਉੱਤੇ ਫੇਥ ਹੈਗਾ ਵਾ, ਮੈਨੂੰ ਵਿਸ਼ਵਾਸ ਹੈਗਾ ਵਾ। ਹਾਲੇਲੁਇਆ। ਫੇਥ ਇੱਕ ਇਦਾਂ ਦੀ ਚੀਜ਼ ਹੈਗੀ ਆ, ਅਗਰ ਉਹ ਤੁਹਾਡੇ ਅੰਦਰ ਐਂਟਰ ਕਰ ਗਈ, ਉਹ ਤੁਹਾਨੂੰ ਕਿਤੇ ਵੀ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਵਰ ਤੁਹਾਨੂੰ ਨੀਚੇ ਨਹੀਂ ਉੱਪਰ ਹੀ ਕਰੇਗਾ। ਹਾਲੇਲੂਇਆ। ਮਤਲਬ ਪਰਮੇਸ਼ਵਰ ਅਗਰ ਫੇਥ ਸਾਡੇ ਅੰਦਰ ਐਂਟਰ ਕਰ ਗਿਆ ਪਰਮੇਸ਼ਵਰ ਦੇ ਪ੍ਰਤੀ, ਤੇ ਕੀ ਹੋਊਗਾ? ਪਰਮੇਸ਼ਵਰ ਤੁਹਾਨੂੰ ਥੱਲੋਂ ਚੱਕ ਕੇ ਉੱਪਰ ਤੱਕ ਲੈ ਕੇ ਜਾਊਗਾ। ਹਾਲੇਲੂਇਆ। ਪਰ ਇਹਦੇ ਅੰਦਰ ਜੋ ਮੇਨ ਚੀਜ਼ ਹੈਗੀ ਆ ਉਹ ਕੀ ਹੈਗੀ ਆ? ਸਭ ਤੋਂ ਪਹਿਲਾਂ ਹੈਗਾ ਵਾ ਜਦ ਇੱਕ ਵਿਅਕਤੀ ਆਪਣੇ ਮਨ, ਆਪਣੀ ਬੁੱਧੀ ਔਰ ਆਪਣੇ ਇੱਕ ਪੂਰੀ ਜਿਹਨੂੰ ਆਪਾਂ ਆਤਮਾ ਕਹਿ ਸਕਦੇ ਉਹਦੇ ਦੁਆਰਾ ਕੀ ਕਰ ਲੈਂਦਾ? ਇੱਕ ਨਿਸ਼ਚੈ ਕਰ ਲੈਂਦਾ ਵਾ। ਹਾਲੇਲੂਇਆ। ਜਦ ਉਹ ਇੱਕ ਚੀਜ਼ ਨੂੰ ਠਾਣ ਲੈਂਦਾ ਵਾ, ਔਰ ਬਾਈਬਲ ਬਿਆਨ ਕਰਦੀ ਕਿ ਅਣਦੇਖੀਆਂ ਵਸਤੂਆਂ ਹੀ ਇੱਕ ਵਿਸ਼ਵਾਸ ਆ। ਹਾਲੇਲੂਇਆ। ਹੁਣ ਜੋ ਆਪਾਂ ਵਚਨ ਪੜਿਆ ਕਿ ਅਬ ਵਿਸ਼ਵਾਸ आशा की हुई वस्तुओं का निश्चय और अनदेखी वस्तुओं का प्रमाण है। हालेलुया। ਹੁਣ ਵਿਸ਼ਵਾਸ ਦੇ ਅੰਦਰ ਜਿਹੜੀਆਂ ਸਭ ਤੋਂ ਤਿੰਨ ਮੇਨ ਚੀਜ਼ਾਂ ਹੈਗੀਆਂ ਨੇ, ਉਹ ਹੈਗੀਆਂ ਨੇ आशा, निश्चय और अनदेखी वस्तुओं का प्रमाण। हालेलुया। ਹੁਣ आशा की चीज आ या निश्चय की चीज आ? ਨਿਸ਼ਚੈ ਇੱਕ ਇਦਾਂ ਦੀ ਚੀਜ਼ ਆ ਕਿ ਅਗਰ ਤੁਸੀਂ ਪਰਮੇਸ਼ਰ ਦੇ ਉੱਤੇ ਇੱਕ ਨਿਸ਼ਚੈ ਕਰ ਚੁੱਕੇ ਹੋ ਕਿ ਹਾਂ ਮੈਂ ਪਰਮੇਸ਼ਰ ਮੇਰੇ ਲਈ ਆਹ ਕੰਮ ਕਰ ਸਕਦਾ ਵਾ। ਜਿੱਦਾਂ ਤੁਹਾਡੇ ਨਾਲ ਕੋਈ ਵਿਅਕਤੀ ਹੈਗਾ, ਸਾਡੇ ਨਾਲ ਇੱਕ ਵਿਅਕਤੀ ਆ, ਤੁਸੀਂ ਉਹਦੇ ਤੇ ਫੇਥ ਕਰਦੇ ਹੋ ਕਿ ਹਾਂ ਇਹ ਵਿਅਕਤੀ ਜਿਹੜਾ ਹੈਗਾ ਇਹ ਮੇਰੀ ਮਦਦ ਕਰ ਸਕਦਾ ਹੈ। ਅਗਰ ਮੈਂ ਇਹਦੇ ਨਾਲ ਗੱਲ ਕਰਾਂਗਾ ਜਾਂ ਮੈਂ ਗੱਲ ਕਰਾਂਗੀ ਤੇ ਇਹ ਕੀ ਕਰੂਗਾ? ਮੇਰੀ ਕਿਤੇ ਨਾ ਕਿਤੇ ਮੈਨੂੰ ਸੋਲੂਸ਼ਨ ਦੇ ਸਕਦਾ। ਉਹਨੂੰ ਕਹਿੰਦੇ ਆ ਨਿਸ਼ਚੈ। ਹਾਲੇਲੂਇਆ। ਉਸ ਤੋਂ ਬਾਅਦ ਆਂਦੀ ਆ ਇੱਥੇ ਲਿਖਿਆ ਆਸ਼ਾ। ਹੁਣ ਵੱਡੀ ਦਾ ਹੋਪ। ਸਭ ਤੋਂ ਪਹਿਲਾਂ ਨਿਸ਼ਚੈ ਕਰਨਾ। ਨਿਸ਼ਚੈ ਕੀ ਹੁੰਦਾ? ਕਿ ਹਾਂ ਪਰਮੇਸ਼ਵਰ ਮੈਨੂੰ ਤੇਰੇ ਉੱਤੇ ਨਿਸ਼ਚੈ ਹੈ ਕਿ ਤੂੰ ਮੇਰੇ ਵਾਸਤੇ ਇੱਕ ਚੀਜ਼ ਕਰ ਸਕਦਾ। ਹਾਲੇਲੂਇਆ। ਔਰ ਉਸ ਤੋਂ ਬਾਅਦ ਜੋ ਆਂਦੀ ਉਹਨੂੰ ਕਹਿੰਦੇ ਆਸ਼ਾ। ਆਸ਼ਾ ਮਤਲਬ ਹੋਪ। ਹੋਪ ਕੀ ਆ? ਹੋਪ ਦਾ ਮਤਲਬ ਆ ਕਿ ਹਾਂ ਇਸ ਚੀਜ਼ ਨੂੰ ਆਪਣੇ ਮਨ 'ਚ ਠਾਣ ਲੈਣਾ ਕਿ ਜਿਸ ਚੀਜ਼ ਲਈ ਮੈਂ ਪ੍ਰਾਰਥਨਾ ਕਰ ਰਿਹਾ ਜਾਂ ਮੈਂ ਕਰ ਰਹੀ ਹਾਂ ਉਹ ਪ੍ਰਭੂ ਮੇਰੇ ਲਈ ਕੀ ਆ? ਕਰ ਸਕਦਾ ਵਾ। ਹਾਲੇਲੂਇਆ। ਚਾਹੇ ਨੂੰ ਤੁਸੀਂ ਨੋਟ ਕਰ ਲਓ ਕਿ 3 ਜਿਹੜੇ ਪੁਆਇੰਟਸ ਆ ਸਭ ਤੋਂ ਇੰਪੋਰਟੈਂਟ ਆ। ਪਹਿਲਾ ਹੈਗਾ ਆਸ਼ਾ, ਫਿਰ ਨਿਸ਼ਚੈ, ਫਿਰ ਅਣਦੇਖੀ ਵਸਤੂਆਂ ਦਾ ਪ੍ਰਮਾਣ। ਹਾਲੇਲੂਇਆ। ਔਰ ਜਦੋਂ ਅਸੀਂ ਬਾਈਬਲ ਦੇ ਵਿੱਚ ਪੜ੍ਹਦੇ ਆ ਇਸੇ ਚੈਪਟਰ ਦੇ ਅੰਦਰ, ਔਰ ਤੁਸੀਂ ਨੂੰ ਘਰ ਜਾ ਕੇ ਪੜ੍ਹ ਸਕਦੇ ਹੋ ਕਿ ਬਹੁਤ ਬਾਈਬਲ ਦੇ ਇਦਾਂ ਦੇ ਜਿਨ੍ਹਾਂ ਨੂੰ ਆਪਾਂ ਆਈਡਲਸ ਕਹਿੰਦੇ ਆ ਜਾਂ ਜਿਨ੍ਹਾਂ ਨੂੰ ਆਪਾਂ ਇੱਕ ਪ੍ਰਭੂ ਦੇ ਯੋਧਾ ਕਹਿੰਦੇ, ਉਹਨਾਂ ਨੇ ਵਿਸ਼ਵਾਸ ਦੀ ਇੱਕ ਕੀ ਲੜੀ? ਅੱਛੀ ਲੜਾਈ ਲੜੀ। ਹਾਲੇਲੂਇਆ। ਔਰ ਚਾਹੇ ਉਹ ਅਬਰਾਹਿਮ ਸੀਗਾ,
ਚਾਹੇ ਉਹ ਨੂਹ ਸੀਗਾ, ਚਾਹੇ ਉਹ ਹਾਬਿਲ ਸੀਗਾ, ਚਾਹੇ ਉਹ ਕੋਈ ਵੀ ਵਿਅਕਤੀ ਜਿਹੜਾ ਬਾਈਬਲ ਦੇ ਵਿੱਚ ਜ਼ਿਕਰ ਆ, ਉਹਨੇ ਕੀ ਕੀਤੀ? ਆਪਣੀ ਅੱਛੀ ਲੜਾਈ ਲੜੀ। हालेलुया। ਹੁਣ ਅਸੀਂ ਜੋ वचन पढ़े थे लिखा, अब विश्वास आशा की हुई वस्तुओं का निश्चय और अनदेखी वस्तुओं का प्रमाण है। हालेलुया। ਹੁਣ ਇੱਕ ਚੀਜ਼ ਤੁਸੀਂ ਸਮਝ ਲਈ ਕਿ ਫੇਥ ਕੀ ਆ। ਫੇਥ ਇੱਕ ਇਦਾਂ ਦੀ ਚੀਜ਼ ਆ ਜਦੋਂ ਤੁਸੀਂ ਪਰਮੇਸ਼ਵਰ ਦੇ ਉੱਤੇ ਇੱਕ ਨਿਸ਼ਚੈ ਕਰ ਲੈਂਦੇ ਹੋ ਕਿ ਪਰਮੇਸ਼ਵਰ ਤੂੰ ਮੇਰੇ ਲਈ ਆ ਚੀਜ਼ ਕਰ ਸਕਦਾ ਵਾ। ਹਾਲੇਲੂਇਆ। ਉਸ ਤੋਂ ਬਾਅਦ ਆਂਦੀ ਆਸ਼ਾ, ਜਿਹਨੂੰ ਆਪਾਂ ਕਹਿੰਦੇ ਹੋਪ। ਵਟ ਇਜ਼ ਦਾ ਹੋਪ? ਹੋਪ ਦਾ ਮਤਲਬ ਆ ਕਿ ਪਰਮੇਸ਼ਰ ਮੇਰੇ ਵਾਸਤੇ ਆ ਕੰਮ ਨਿਸ਼ਚੈ ਹੀ ਕਰੇਗਾ। ਹਾਲੇਲੂਇਆ। ਔਰ ਤੀਸਰੀ ਚੀਜ਼ ਅਣਦੇਖੀ ਵਸਤੂਆਂ ਦਾ ਪ੍ਰਮਾਣ। और इत्थे ही आगे सारी गल रुकदी है जो अज हर एक व्यक्ति दे अंदर प्रॉब्लम है। किसे दे अंदर फेथ ज्यादा है, किसे दे अंदर फेथ की है घट है, किसे च इन्ना, किसे च इन्ना और किसे दे अंदर इन्ना ज्यादा फेथ हैगा। हालेलुया। हुण अनदेखी वस्तुआं दा प्रमाण किस तरह कर सकते हैं आपां? अनदेखियां वस्तुआं मतलब जेड़ियां चीजां नहीं हैगियां और तुसी ओदे बारे बोलना, ओदे बारे गल करनी। हालेलुया। मतलब ओदे बारे बोलना और ओदे बारे ਉਹਨੂੰ ਦੇਖਣਾ ਕਿਸ ਤਰ੍ਹਾਂ? ਵਿਸ਼ਵਾਸ ਦੇ ਦੁਆਰਾ। ਹਾਲੇਲੂਇਆ। ਔਰ ਇਹੀ ਗੱਲ ਬਾਈਬਲ ਦੇ ਵਿੱਚ ਵੀ ਲਿਖੀ ਹੈ। ਮੈਂ ਤੁਹਾਡੇ ਲਈ ਇੱਥੋਂ ਇੱਕ ਆਇਤ ਪੜੂੰਗਾ। ਇੱਥੇ ਲਿਖਿਆ, विश्वास ही से हम जानते हैं कि सारी सृष्टि की रचना परमेश्वर के वचन के द्वारा हुई, पर ये नहीं कि जो कुछ देखने में आता है वह देखी हुई वस्तुओं से बना है। हालेलुया। ਇਹਦਾ मतलब कि परमेश्वर ने भी जब कुछ देखा, ਆਪਾਂ ਇਹਨੂੰ ਇੱਕ ਇਮੇਜਿਨੇਸ਼ਨ ਕਰ ਸਕਦੇ ਹਾਂ ਕਿ ਪਰਮੇਸ਼ਰ ਨੇ ਸਭ ਕੁਝ ਬਣਾਉਣ ਤੋਂ ਪਹਿਲਾਂ ਜੋ ਕੁਝ ਪਰਮੇਸ਼ਰ ਨੇ ਬਣਾਇਆ, ਪਰਮੇਸ਼ਰ ਨੇ ਕਿੱਦਾਂ ਬਣਾਇਆ ਹੋਣਾ? ਉਹਨੇ ਆਪਣੇ ਮਾਈਂਡ ਦੇ ਅੰਦਰ ਉਸ ਚੀਜ਼ ਨੂੰ ਸੋਚਿਆ ਹੋਣਾ। ਪਰਮੇਸ਼ਰ ਉਹਨੂੰ ਸੋਚਦਾ ਹੋਣਾ ਔਰ ਖੁਦਾ ਬੋਲਦਾ ਗਿਆ ਕਿ ਉਜਾਲਾ ਹੋ ਔਰ ਉਜਾਲਾ ਹੋ ਗਿਆ। मतलब जो कुछ परमेश्वर दे माइंड दे अंदर सीगा, जो कुछ खुदा ने इमेजिन किया, बोल के परमेश्वर ने यहोवा ने की किया, उन्होंने असली दे अंदर प्रकट करता, जिन्हों आपां मैनीफेस्ट कहने आ, उन्होंने दुनिया दे उत्ते जाहिर कर दिता। हालेलुया। और अज जो एक प्रॉब्लम आ वो ये हैगी आ कि आपां फेथ ही नहीं करना चाहते। हालेलुया। जिद्दां अगर परमेश्वर सानू कह रहा है कि हाँ तू मेरे उत्ते विश्वास कर, और ਅਸੀਂ ਕੀ ਕਰਦੇ ਆ? ਫੇਥ ਨਹੀਂ ਕਰਦੇ। ਹਾਲੇਲੂਇਆ। ਅਜੇ ਮੈਂ ਤੁਹਾਨੂੰ ਜਸਟ ਇੱਕ ਫੇਥ ਦੀ ਚੀਜ਼ ਨੂੰ ਦੱਸ ਰਿਹਾ, ਅਜੇ ਅਸੀਂ ਵਚਨ ਦੇ ਵੱਲ ਜਾਣਾ ਵਾ। ਹਾਲੇਲੂਇਆ। ਇਹ ਜਸਟ ਅਜੇ ਮੈਂ ਤੁਹਾਨੂੰ ਦੱਸ ਰਿਹਾ ਕਿ ਫੇਥ ਕੀ ਚੀਜ਼ ਆ। ਹੁਣ ਬਾਈਬਲ ਬਿਆਨ ਕਰਦੀ ਆ ਕਿ ਫੇਥ ਜਿਹੜਾ ਹੈਗਾ, ਵਿਸ਼ਵਾਸ ਹੈਗਾ, ਉਹ ਅਣਦੇਖੀਆਂ ਚੀਜ਼ਾਂ ਨੂੰ ਬੋਲਣਾ, ਅਣਦੇਖੀਆਂ ਚੀਜ਼ਾਂ ਦਾ ਪ੍ਰਮਾਣ ਆ। ਹਾਲੇਲੂਇਆ। पर अज प्रॉब्लम ये हैगी आ कि आपां लोग फेथ ही नहीं करना चाहते। जो मैं मोस्टली लोगों के अंदर एक चीज देखी कि एक विषय दे उत्ते प्रेयर कीती और नाल ही दूसरा एक विषय की हुंदा वा रेडी हो जाता वा। हालेलुया। क्यों? क्योंकि उन्हां नूं इस गल दा फेथ नहीं हैगा कि अगर परमेश्वर ने मेरा आ काम कीता वा ते खुदा मेरा ये भी काम कर सकदा वा। हालेलुया। हुण मेन चीज की हैगी? विश्वास किहनूं कहंदे आ? विश्वास ओनूं कहंदे आ अगर किसी दे अगर तुहाडे बैंक अकाउंट दे अंदर बहुत सारे पैसे आ, फिर तुसीं गल्लां करदे पे हो ते ओ विश्वास नहीं हैगा। फेथ की आ? फेथ यह है कि तुहाडे अकाउंट दे अंदर पैसे बहुत थोड़े ने। अगर किसी दे अकाउंट दे अंदर, मैं हमेशा एक चीज कहना कि अगर तुहाडे अकाउंट दे अंदर बहुत सारे पैसे पे आ और तू वड्डियां गल्लां कर रहे हो या बोल रहे हो कि मैं आ चीज करांगा या मैं इदां करांगा, ते ओ विश्वास नहीं हैगा। विश्वास वो आ कि जदों तुहाडे हालात तुहाडे शब्दां नाल मेल ना खांदे होण। क्यों? क्योंकि परमेश्वर ने कहा तू बोल और मैं की करूंगा, कर दूंगा। हालेलुया। इसलिए बाइबल में लिखा कहंदा और अनदेखी वस्तुओं का प्रमाण है। हालेलुया। हुण आपां कह सकते हैं कि जद कोई सानू प्रेयर लई आंदा वा कि असीं नूं कहने कि तुसीं फेथ करो, परमेश्वर ਤੁਹਾਡੇ ਲਈ ਇਦਾਂ ਕਰੇਗਾ, ਪ੍ਰਭੂ ਤੁਹਾਨੂੰ ਇਸ ਲੈਵਲ ਤੇ ਲੈ ਕੇ ਜਾਏਗਾ, ਜਾਂ ਪਰਮੇਸ਼ਰ ਤੁਹਾਡੇ ਲਈ ਇਦਾਂ ਕਰੂਗਾ। ਕੋਈ ਫੇਥ ਕਰਦਾ ਵਾ, ਕੋਈ ਉਸ ਚੀਜ਼ ਤੇ ਵਿਸ਼ਵਾਸ ਨਹੀਂ ਕਰਦਾ। ਹਾਲੇਲੂਇਆ। ਔਰ ਕੋਈ ਇਹ ਵੀ ਕਹਿ ਸਕਦਾ ਵਾ ਕਿ ਤੁਸੀਂ ਤਾਂ ਮੇਰੇ ਲਈ ਆ ਪ੍ਰੋਫੈਸੀ ਕਰ ਰਹੇ ਹੋ, ਜਾਂ ਕਿਸੇ ਨੇ ਮੇਰੇ ਵਾਸਤੇ ਆ ਇੱਕ ਚੀਜ਼ ਬੋਲੀ ਆ, ਅੱਛਾ ਖੁਦਾ ਮੇਰੇ ਵਾਸਤੇ ਇਹ ਬੋਲ ਰਿਹਾ, ਪਰ ਉਹ ਇਹ ਸੋਚ ਰਿਹਾ ਕਿ ਅੱਛਾ ਮੇਰੀ ਤੇ ਸਿਚੁਏਸ਼ਨ ਹੈ ਹੀ ਨਹੀਂ, मैं इस प्लेस ते किद्दां जा सकदा, मैं ये बिजनेस किद्दां खोल सकदा, या मैं ये काम
ਕਿੱਦਾਂ ਕਰ ਸਕਦਾ ਵਾਂ। ਹਾਲੇਲੂਇਆ। ਹੁਣ ਬਾਈਬਲ ਦੇ ਵਿੱਚ ਸਭ ਤੋਂ ਵੱਡਾ ਇੱਕ ਐਗਜ਼ਾਮਪਲ ਕੌਣ ਸੀਗਾ? ਉਹ ਸੀਗਾ ਅਬਰਾਹਿਮ। ਹਾਲੇਲੂਇਆ। ਦੇਖੋ ਅੱਜ ਅਗਰ ਆਪਾਂ ਕਿਸੇ ਨੂੰ ਕਹਿੰਦੇ ਆ ਅੱਜ ਕਿਉਂ ਪ੍ਰੋਬਲਮਸ ਨੇ, ਦੇਖੋ ਅੱਜ ਪ੍ਰੋਬਲਮਸ ਕਿਉਂ ਨੇ, ਕਿਉਂ ਤੁਹਾਨੂੰ ਪਤਾ ਕੁਝ ਚੀਜ਼ਾਂ ਇਦਾਂ ਦੀਆਂ ਹੈਗੀਆਂ ਅਗਰ ਬਲੀਵਰਸ ਉਸ ਗੱਲ ਨੂੰ ਸਮਝ ਜਾਣ ਤੇ ਤੁਸੀਂ ਆਪਣੇ ਆਪ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਹਾਲੇਲੂਇਆ। ਔਰ ਬਾਅਦ ਵਿੱਚ ਤੁਸੀਂ ਇਸ ਗੱਲ ਨੂੰ ਆਪਾਂ ਅਗਰ ਇੱਕ ਕੁਐਸਚਨ ਕਰੀਏ ਕਿ ਅੱਛਾ ਫਿਰ ਚਰਚ ਦਾ ਕੀ ਰੋਲ ਆ ਜਾਂ ਜਿਹੜੇ ਪ੍ਰਚਾਰਕ ਨੇ ਉਹਨਾਂ ਦਾ ਕੀ ਰੋਲ ਆ? ਸਾਡਾ ਕੰਮ ਆ ਤੁਹਾਨੂੰ ਬੂਸਟ ਕਰਨਾ। ਹਾਲੇਲੂਇਆ। ਕੀ ਕਰਨਾ? ਤੁਹਾਨੂੰ ਪਿੱਛੋਂ ਦੀ ਤੁਹਾਨੂੰ ਪੁਸ਼ ਅਪ ਕਰਨਾ, ਤੁਹਾਨੂੰ ਅੱਗੇ ਲੈ ਕੇ ਜਾਣਾ। ਜਿੱਦਾਂ ਜਦੋਂ ਬੱਚੇ ਨੂੰ ਇੱਕ ਸਮ ਜਿਹੜਾ ਹੁੰਦਾ ਵਾ ਉਹ ਸੋਲਵ ਨਹੀਂ ਹੁੰਦਾ, ਜਦੋਂ ਉਹ ਰੁਕ ਜਾਂਦਾ ਵਾ ਫਿਰ ਉਹ ਕੀ ਕਰਦਾ? ਫਿਰ ਉਹ ਮਾਸਟਰ ਦੇ ਕੋਲ ਜਾਂਦਾ ਵਾ। ਚਰਚ ਜਿਹੜਾ ਵਾ ਆਪਣਾ ਉਹ ਇਹ ਰੋਲ ਮਾਡਲ ਅਦਾ ਕਰਦੀ ਆ, ਪਰ ਅੱਜ ਕੀ ਆ ਸਿਸਟਮ ਸਾਰਾ ਗਲਤ ਹੋ ਚੁੱਕਿਆ ਵਾ। ਹਾਲੇਲੂਇਆ। ਅਗਰ ਅਸੀਂ ਕਿਸੇ ਨੂੰ ਅੱਜ ਦੇ ਟਾਈਮ 'ਚ ਕਹੀਏ ਕਿ ਬ੍ਰਦਰ ਜੀ ਪਰਮੇਸ਼ਵਰ ਤੁਹਾਨੂੰ ਇਹ ਪ੍ਰਾਪਰਟੀ ਦੇਣ ਜਾ ਰਿਹਾ, ਹਾਲੇਲੂਇਆ, ਔਰ ਉਹ ਬ੍ਰਦਰ ਮਾਈਂਡ 'ਚ ਸੋਚੇਗਾ ਓਹੋ ਮੇਰੇ ਕੋਲ ਤੇ ਸਿਸਟਮ ਹੀ ਨਹੀਂ ਹੈਗਾ, ਮੇਰੇ ਕੋਲ ਤੇ ਇੰਨੇ ਵੀ ਪੈਸੇ ਨਹੀਂ ਕਿ ਮੈਂ ਰਜਿਸਟਰੀ ਕਰਾ ਲਵਾਂ, ਤੇ ਮੈਂ ਇਹ ਪ੍ਰਾਪਰਟੀ ਕਿੱਦਾਂ ਖਰੀਦ ਸਕਦਾ, ਮੈਨੂੰ ਕਿੱਦਾਂ ਬਾਏ ਕਰ ਸਕਦਾ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਅਬਰਾਹਿਮ ਸੀਗਾ, ਹੁਣ ਅਬਰਾਹਿਮ ਦਾ ਕੇਸ ਵੱਡਾ ਸੀਗਾ ਕਿ ਅੱਜ ਤੁਹਾਡੇ ਸਾਰਿਆਂ ਦੇ ਕੇਸ ਵੱਡੇ ਆ। ਅਬਰਾਹਿਮ ਦਾ ਕੇਸ ਇੰਨਾ ਵੱਡਾ ਸੀਗਾ ਕਿ ਉਹਦੇ ਕੋਲ ਸਭ ਕੁਝ ਹੋਣ ਦੇ ਬਾਵਜੂਦ ਉਹਦੇ ਕੋਲ ਇੱਕ ਸੰਤਾਨ ਨਹੀਂ ਸੀਗੀ ਜਿਹੜਾ ਉਹਦੇ ਵੰਸ਼ ਨੂੰ ਚਲਾਏ, ਜਿਹੜੀਆਂ ਉਹਦੀਆਂ ਪ੍ਰਾਪਰਟੀਆਂ ਨੂੰ ਸੰਭਾਲੇ। ਕਿਉਂਕਿ ਹਰ ਇੱਕ ਚੀਜ਼ ਦੁਨੀਆ ਦੇ ਉੱਤੇ ਤੁਸੀਂ ਕਰ ਸਕਦੇ ਹੋ, ਲੈ ਸਕਦੇ ਹੋ, ਮਿਹਨਤ ਕਰਕੇ ਲੈ ਸਕਦੇ, ਪਰ ਬਾਈਬਲ 'ਚ ਲਿਖਿਆ ਕਹਿੰਦਾ ਗਰਵ का फल यहोवा की ओर से क्या है? प्रतिफल है। हालेलुया। और ਅਬਰਾਹਿਮ ਨੇ ਕੀ ਕੀਤਾ? ਉਹਨੇ ਆਹੀ ਚੀਜ਼ ਨੂੰ ਕੀਤਾ, ਉਹਨੇ ਅਣਦੇਖੀਆਂ ਵਸਤੂਆਂ ਨੂੰ ਬੋਲਣਾ ਸ਼ੁਰੂ ਕਰ ਦਿੱਤਾ। ਹਾਲੇਲੂਇਆ। ਉਹਨੇ ਕੀ ਕੀਤਾ? ਜਿਹੜੀਆਂ ਅਣਦੇਖੀਆਂ ਚੀਜ਼ਾਂ ਸੀਗੀਆਂ ਮਤਲਬ ਉਹਨਾਂ ਨੂੰ ਬੋਲਣਾ ਔਰ ਉਹਨਾਂ ਨੂੰ ਦੇਖਣਾ ਸ਼ੁਰੂ ਕਰਨਾ। ਮਤਲਬ ਇੱਕ ਤਰ੍ਹਾਂ ਦਾ ਜਿਹੜਾ ਅਬਰਾਹਿਮ ਸੀਗਾ ਉਹ ਡੇ ਡ੍ਰੀਮਰ ਸੀਗਾ, ਮਤਲਬ ਦਿਨ ਦੇ ਵਿੱਚ ਸੁਪਨੇ ਦੇਖਣ ਵਾਲਾ ਵਿਅਕਤੀ ਸੀਗਾ। ਜਦੋਂ ਆਪਾਂ ਬਾਈਬਲ ਦੇ ਬਾਰੇ ਜਦੋਂ ਪੜ੍ਹਦੇ ਆ ਆਪਾਂ ਕਹਿੰਦੇ ਕਿ ਅਬਰਾਹਿਮ ਨੇ ਕੀ ਕੀਤਾ? ਜਦੋਂ ਪਰਮੇਸ਼ਵਰ ਨੇ ਉਹਨੂੰ ਤਾਰਿਆਂ ਦਾ ਦਰਸ਼ਨ ਦਿੱਤਾ। ਹਾਲੇਲੂਇਆ। ਔਰ ਉਹ ਸਿਰਫ ਇੱਕ ਇਸ ਤਰ੍ਹਾਂ ਦੇ ਤਾਰੇ ਨਹੀਂ ਸੀਗੇ, ਉਹ ਇੱਕ ਅਲੱਗ ਚੀਜ਼ ਸੀਗੀ, ਕਿਉਂਕਿ ਜਦੋਂ ਤੁਸੀਂ ਇਹਨੂੰ ਟੈਲੀਸਕੋਪ ਦੇ ਅੰਦਰ ਦੇਖੋਗੇ ਔਰ ਸਾਨੂੰ ਬਹੁਤ ਸਾਰੇ ਤਾਰੇ ਹੀ ਤਾਰੇ ਨਜ਼ਰ ਆਣਗੇ। ਔਰ ਪ੍ਰਭੂ ਨੇ ਉਹਦੇ ਨਾਲ ਵਾਅਦਾ ਕੀਤਾ ਸੀ ਕਿ ਅਬਰਾਹਿਮ ਮੈਂ ਤੇਰੀ ਸੰਤਾਨ ਨੂੰ ਕੀ ਕਰੂੰਗਾ? ਤਾਰਿਆਂ ਦੇ ਸਮਾਨ ਬਣਾਵਾਂਗਾ। ਹਾਲੇਲੂਇਆ। ਔਰ ਅਬਰਾਹਿਮ ਨੇ ਉਸ ਚੀਜ਼ ਨੂੰ ਕੀ ਕੀਤਾ? ਬੋਲਣਾ ਸ਼ੁਰੂ ਕਰ ਦਿੱਤਾ। ਮਤਲਬ ਉਹਨੇ ਆਤਮਾ 'ਚ ਦੇਖਿਆ ਔਰ ਉਸ ਤੋਂ ਬਾਅਦ ਉਹਨੇ ਬੋਲਣਾ ਸ਼ੁਰੂ ਕਰ ਦਿੱਤਾ। ਹਾਲੇਲੂਇਆ। ਔਰ ਅੱਜ ਮੈਂ ਇੱਕ ਸਵਾਲ ਕਰਦਾ ਕਿ ਹੁਣ ਆਪਾਂ ਦੇਖਣਾ ਕਿ ਸਾਡਾ ਕੇਸ ਜ਼ਿਆਦਾ ਵੱਡਾ ਵਾ ਕਿ ਅਬਰਾਹਿਮ ਦਾ ਕੇਸ ਜ਼ਿਆਦਾ ਵੱਡਾ ਸੀਗਾ। ਹਾਲੇਲੂਇਆ। ਔਰ ਇਸ ਤੋਂ ਬਾਅਦ ਜੋ ਇਹਦੀ 11 ਔਰ ਦੀ ਆਪਾਂ ਇੱਕ 6 ਅੱਜ ਪੜਾਂਗੇ। ਹਾਲੇਲੂਇਆ। ਇਬਰਾਨੀयों 11 और ਉਹਦੀ 6 ਅੱਜ। और विश्वास बिना उसे प्रसन्न करना अनहोना है। आमीन। ਹੁਣ ਬਾਈਬਲ ਦੇ ਵਿੱਚ ਲਿਖਿਆ ਵਾ ਕਿ ਵਿਸ਼ਵਾਸ ਦੇ ਬਿਨਾ ਪਰਮੇਸ਼ਵਰ ਨੂੰ ਕੀ ਹੈ? ਪ੍ਰਸੰਨ ਕਰਨਾ ਅਨਹੋਣਾ ਹੈ। ਹਾਲੇਲੂਇਆ। ਅਗਰ ਇਹਦਾ ਮਤਲਬ ਕਿ ਵਿਸ਼ਵਾਸ ਦੇ ਬਿਨਾ ਪਰਮੇਸ਼ਵਰ ਨੂੰ ਪ੍ਰਸੰਨ ਕਰਨਾ ਅਨਹੋਣਾ ਹੈ ਤੇ ਅਗਰ ਇਹਦਾ ਆਪਾਂ ਉਲਟਾ ਲੈ ਕੇ ਜਾਈਏ ਤੇ ਅਗਰ ਤੁਸੀਂ ਫੇਥ ਕਰੋ, ਅਗਰ ਅਸੀਂ ਫੇਥ ਕਰੀਏ ਤੇ ਤੁਸੀਂ ਪਰਮੇਸ਼ਵਰ ਨੂੰ ਪ੍ਰਸੰਨ ਕਰ ਸਕਦੇ ਹੋ। ਹਾਲੇਲੂਇਆ। ਇਹ ਇੱਕ ਬਾਈਬਲ ਦਾ ਇਹਨੂੰ ਆਪਾਂ ਇੱਕ ਸੀਕ੍ਰੇਟ ਕਹਿ ਸਕਦੇ ਹਾਂ ਜਾਂ ਪ੍ਰਭੂ ਨੂੰ ਖੁਸ਼ ਕਰਨ ਦਾ ਇੱਕ ਤਰੀਕਾ ਲੈ ਸਕਦੇ ਹਾਂ ਕਿ ਹਾਂ ਪਰਮੇਸ਼ਵਰ ਮੈਂ ਤੈਨੂੰ ਵਿਸ਼ਵਾਸ ਦਿਖਾਊਂਗਾ ਔਰ ਵਿਸ਼ਵਾਸ ਨਾਲ ਮੈਂ ਤੈਨੂੰ ਕੀ ਕਰੂੰਗਾ? ਪ੍ਰਸੰਨ ਕਰੂੰਗਾ। ਹਾਲੇਲੂਇਆ। ਹੁਣ ਜੋ ਅਗਲੀ ਚੀਜ਼ ਆ ਉਹ ਹੈਗਾ ਵਾ ਕਿ ਵਿਸ਼ਵਾਸ ਵੀ ਜਿਹੜਾ ਹੈਗਾ ਉਹ ਦੋ ਤਰ੍ਹਾਂ ਦਾ ਵਾ। ਹਾਲੇਲੂਇਆ। ਪਹਿਲਾ ਫੇਥ ਬਿਨਾਂ ਦੇਖੇ ਵਾਲਾ ਫੇਥ, ਦੂਸਰਾ ਫੇਥ ਜੋ ਆਪਾਂ ਦੇਖ ਕੇ ਕਰਦੇ ਆ। ਹਾਲੇਲੂਇਆ। ਪਹਿਲਾ ਫੇਥ ਕਿਹੜਾ ਫੇਥ ਸੀਗਾ? ਜਿਹੜਾ ਵਿਸ਼ਵਾਸ ਕਿੰਨੇ ਕੀਤਾ? ਆਪਾਂ ਮਤੀ 8 ਔਰ ਉਹਦੀ 8 ਆਇਤ ਨੂੰ ਕੋਈ ਪੜ੍ਹੇਗਾ, ਕੋਈ ਵੀ ਤੁਹਾਡੇ ਚ ਪੜ੍ਹ ਸਕਦਾ। सूबेदार ने उत्तर दिया कि हे प्रभु, मैं इस योग्य नहीं कि तू मेरी शर्त के तले आए, पर केवल मुख से कह दे तो मेरा सेवक चंगा हो जाएगा, क्योंकि मैं भी पराधीन मनुष्य हूँ और सिपाही मेरे हाथ में है, और जब एक से कहता हूँ जा तो वह जाता है और दूसरे को कि आ तो वह आता है, और अपने दास से कहता हूँ। आमीन।
ਹੁਣ ਇੱਥੇ ਜੋ ਆਪਾਂ ਆਇਤ ਪੜੀ ਤੇ ਲਿਖਿਆ, सूबेदार ने उत्तर दिया, हे प्रभु मैं इस योग्य नहीं कि तू मेरी छत के तले आए, पर केवल मुंह से कह दे तो मेरा सेवक चंगा हो जाएगा। ਹੁਣ ਬਾਈਬਲ ਬਿਆਨ ਕਰਦੀ ਆ ਕਿ ਪਹਿਲੀ ਚੀਜ਼ ਹੈਗੀ ਆ ਵਿਸ਼ਵਾਸ ਕਰਨਾ। ਹਾਲੇਲੂਇਆ। ਹੁਣ ਕਿਸੇ ਨੂੰ 20 ਸਾਲ ਤੋਂ ਜਾਂ ਕਿਸੇ ਨੂੰ 15 ਸਾਲ ਤੋਂ ਬੇਬੀ ਨਹੀਂ ਹੈਗਾ, ਜਾਂ ਕਿਸੇ ਨੂੰ ਕਿਸੇ ਕੋਲ ਕੋਈ ਬਲੇਸਿੰਗ ਨਹੀਂ ਹੈਗੀ, ਔਰ ਉਹਨਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਆ? ਉਹਨਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਆ? ਉਹਨਾਂ ਨੂੰ ਪ੍ਰੇਅਰ ਕਰਨ ਦੀ ਜ਼ਰੂਰਤ ਆ, ਉਹ ਇੱਕ ਅਲੱਗ ਮੈਟਰ ਆ। ਤੁਹਾਨੂੰ ਵਚਨ ਪੜਨ ਦੀ ਜ਼ਰੂਰਤ ਆ, ਉਹ ਇੱਕ ਅਲੱਗ ਚੀਜ਼ ਹੈ, ਕਿਉਂਕਿ ਬਾਈਬਲ ਕਹਿੰਦੀ ਜਦੋਂ ਆਪਾਂ ਇਹਨਾਂ ਦੋਨਾਂ ਚੀਜ਼ਾਂ ਨਾਲ ਜੁੜੇ ਰਵਾਂਗੇ ਤੇ ਪਰਮੇਸ਼ਵਰ ਸਾਡੇ ਨਾਲ ਗੱਲਬਾਤ ਕਰੇਗਾ। ਪਰ ਮੇਨ ਚੀਜ਼ ਕਿਹੜੀ ਆ? ਮੇਨ ਚੀਜ਼ ਹੈਗੀ ਆ ਕਿ ਉਸ ਵਿਅਕਤੀ ਨੂੰ, ਚਾਹੇ ਉਹ ਕਿਸੇ ਵੀ ਕੰਮ ਦੇ ਵਿੱਚ, ਕਿਸੇ ਵੀ ਫੀਲਡ ਦੇ ਅੰਦਰ ਆ, ਉਹਨੂੰ ਕਿਸ ਚੀਜ਼ ਦੀ ਜ਼ਰੂਰਤ ਆ? ਵਿਸ਼ਵਾਸ ਦੀ ਜ਼ਰੂਰਤ ਆ। ਹਾਲੇਲੂਇਆ। ਹੁਣ ਜਿਹੜਾ ਵਿਸ਼ਵਾਸ ਹੈਗਾ ਉਹ ਵੀ ਹੈਗਾ ਵਾ ਦੋ ਤਰ੍ਹਾਂ ਦਾ। ਪਹਿਲਾ ਵਿਸ਼ਵਾਸ ਅਣਦੇਖਿਆ, ਜਿਹੜਾ ਸੂਬੇਦਾਰ ਨੇ ਵਿਸ਼ਵਾਸ ਕੀਤਾ। ਹਾਲੇਲੂਇਆ। ਸੂਬੇਦਾਰ ਨੇ ਕਿਹੜਾ ਵਿਸ਼ਵਾਸ ਕੀਤਾ? ਉਹਨੇ ਵਿਸ਼ਵਾਸ ਕੀਤਾ, ਉਹਨੇ ਸਭ ਤੋਂ ਪਹਿਲਾਂ ਜੋ ਆਪਾਂ ਪਹਿਲਾ ਆਇਤ ਪੜੀ ਕਿ ਵਿਸ਼ਵਾਸ ਕੀ ਆ? ਆशा की हुई वस्तुओं का निश्चय और अनदेखी वस्तुओं का प्रमाण है। सूबेदार ਜਿਹੜਾ ਸੀਗਾ ਉਹ ਇੱਕ ਰੂਲ ਕਰਨ ਵਾਲਾ ਵਿਅਕਤੀ ਸੀਗਾ। ਉਹਨੂੰ ਪਤਾ ਸੀਗਾ ਕਿ ਜਿੱਦਾਂ ਅੱਜ ਆਪਾਂ ਆਫਿਸ ਦੇ ਵਿੱਚ ਜਾਂਦੇ ਹਾਂ, ਜਦੋਂ ਸਾਨੂੰ ਬੌਸ ਸਾਡਾ ਕਹਿੰਦਾ ਵਾ ਕਿ ਤੁਸੀਂ ਆਹ ਕੰਮ ਕਰਨਾ ਵਾ, ਮਤਲਬ ਉਸ ਟਾਈਮ ਦੇ ਅੰਦਰ ਸੂਬੇਦਾਰ ਇੱਕ ਬੌਸ ਸੀਗਾ। ਔਰ ਸੂਬੇਦਾਰ ਨੇ ਕੀ ਕੰਮ ਕੀਤਾ? ਉਹਨੇ ਸਭ ਤੋਂ ਪਹਿਲਾਂ ਨਿਸ਼ਚੈ ਕੀਤਾ। ਉਹਨੇ ਸਭ ਤੋਂ ਪਹਿਲਾਂ ਕੀ ਕੀਤਾ? ਨਿਸ਼ਚੈ ਕੀਤਾ। ਨਿਸ਼ਚੈ ਕਿਸ ਚੀਜ਼ ਦਾ ਕੀਤਾ? ਕਿ ਹਾਂ ਪਰਮੇਸ਼ਵਰ ਮੇਰੇ ਵਾਸਤੇ ਇਹ ਕੰਮ ਕਰ ਸਕਦਾ ਵਾ। ਹਾਲੇਲੂਇਆ। ਦੂਸਰੀ ਚੀਜ਼ ਉਹਨੇ ਕੀ ਕੀਤੀ? ਉਹਨੇ ਆਸ਼ਾ ਰੱਖੀ। ਉਹਨੇ ਆਸ਼ਾ ਕਿਸ ਚੀਜ਼ ਦੀ ਰੱਖੀ? ਜੋ ਆਪਾਂ ਵਚਨ ਪੜਿਆ ਕਿ ਹਾਂ ਪਰਮੇਸ਼ਵਰ ਤੂੰ ਮੇਰੇ ਸੇਵਕ ਨੂੰ ਚੰਗਾ ਕਰ ਦੇਵੇਗਾ। ਹਾਲੇਲੂਇਆ। ਔਰ ਤੀਸਰੀ ਚੀਜ਼ ਇੱਥੇ ਲਿਖਿਆ, ਉਹਨੇ ਕਿਹਾ ਤੋ ਮੇਰਾ ਸੇਵਕ ਚੰਗਾ ਹੋ ਜਾਏਗਾ। ਮਤਲਬ ਉਹਨੇ ਬਿਨਾ ਪਰਮੇਸ਼ਵਰ ਨੂੰ ਆਪਣੇ ਘਰ ਲੈ ਕੇ ਗਿਆ, ਬਿਨਾ ਕਿਸੇ ਚੀਜ਼ ਦੇ ਉਹਨੇ ਪ੍ਰਭੂ ਦੇ ਸ਼ਬਦਾਂ ਦੇ ਉੱਤੇ ਕੀ ਕੀਤਾ? ਵਿਸ਼ਵਾਸ ਕੀਤਾ। ਵਿਸ਼ਵਾਸ ਕਰਨ ਦੇ ਨਾਲ ਹੀ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਬੋਲਣਾ ਅਣਦੇਖੀ ਵਸਤੂਆਂ ਦਾ ਪ੍ਰਮਾਣ। ਮਤਲਬ ਉਹਨੇ ਕਿਹਾ, ਕਹਿੰਦਾ ਪ੍ਰਭੂ ਤੋ ਯਹੀ ਸੇ ਬੋਲ ਦੇ तो मेरा सेवक क्या होगा? चंगा हो जाएगा। हालेलुया। मतलब तीनों चीजां, आशा, निश्चय और अनदेखिया वस्तुओं ਨੂੰ ਬੋਲਣਾ ਔਰ ਕੀ ਕਰਨਾ? ਉਹਨਾਂ ਨੂੰ ਆਪਣੀ ਆਤਮਾ ਦੇ ਅੰਦਰ ਦੇਖਣਾ। ਹਾਲੇਲੂਇਆ। ਮਤਲਬ ਜਦੋਂ ਪਰਮੇਸ਼ਵਰ ਨੇ ਅਬਰਾਹਿਮ ਨੂੰ ਵਾਅਦਾ ਕੀਤਾ ਕਿ ਅਬਰਾਹਿਮ ਇਹ ਤਾਰੇ ਦੇਖ, ਇਹ ਅਸਮਾਨ ਦੇਖ, ਮੈਂ ਤੈਨੂੰ ਕੀ ਕਰੂੰਗਾ? ਮੈਂ ਤੈਨੂੰ ਇਦਾਂ ਬਣਾਉਂਗਾ, ਤੇਰੇ ਵੰਸ਼ ਨੂੰ ਮੈਂ ਇਦਾਂ ਬਣਾਉਂਗਾ। ਅਬਰਾਹਿਮ ਨੇ ਕੀ ਕੀਤਾ? ਅਬਰਾਹਿਮ ਨੇ ਉਹਨੂੰ ਦੇਖਣਾ ਸ਼ੁਰੂ ਕਰ ਦਿੱਤਾ। ਹਾਲੇਲੂਇਆ। ਅਬਰਾਹਿਮ ਨੇ ਉਹਨਾਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਹਾਲੇਲੂਇਆ। ਕਿਸ ਤਰ੍ਹਾਂ? ਉਹ ਮਾਈਂਡ ਦੇ ਅੰਦਰ ਸੋਚਣਾ ਉਹਨੇ ਸ਼ੁਰੂ ਕਰ ਦਿੱਤਾ। ਕੁਝ अन्य ਜਾਤੀਆਂ ਦੀਆਂ ਚੀਜ਼ਾਂ ਇਦਾਂ ਦੀਆਂ ਨੇ, ਕੁਝ ਲੋਕ ਇਦਾਂ ਦੇ ਹੈਗੇ ਨੇ ਕਿ ਉਹ ਆਪਣੀ ਇਮੇਜਿਨੇਸ਼ਨ ਨੂੰ ਯੂਜ਼ ਕਰਕੇ ਆਪਣੀ ਬੋਡੀ ਦੇ ਅੰਗਾਂ ਨੂੰ ਵੀ ਹੀਲ ਕਰ ਲੈਂਦੇ ਨੇ। ਹਾਲੇਲੂਇਆ। ਕੁਝ ਪਲੇਸ ਇਦਾਂ ਦੇ ਹੈਗੇ ਨੇ, ਕੁਝ ਮੈਡੀਟੇਸ਼ਨ ਇਦਾਂ ਦੀ ਹੈਗੀ ਹੈ। ਉਹ ਕਿਉਂ ਹੈਗੀ ਹੈ? ਕਿਉਂਕਿ ਇਹੀ ਜਿਹੜੀਆਂ ਅਣਦੇਖੀਆਂ ਵਸਤੂਆਂ ਸੀਗੀਆਂ, ਇਹਨੂੰ ਕਹਿੰਦੇ ਨੇ ਦਾ ਪਾਵਰ ਆਫ ਇਮੇਜਿਨੇਸ਼ਨ। ਹਾਲੇਲੂਇਆ। ਕਿਉਂ ਅੱਜ ਸ਼ੈਤਾਨ ਤੁਹਾਡੇ ਦਿਮਾਗ ਦੇ ਅੰਦਰ ਨੈਗੇਟਿਵਿਟੀ ਲੈ ਕੇ ਆਂਦਾ ਵਾ। ਹਾਲੇਲੂਇਆ। ਕੱਲ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਔਰ ਮੈਂ ਕਹਿ ਰਿਹਾ ਸੀ ਕਿ ਉਹਨਾਂ ਦੇ ਮਾਈਂਡ ਦੇ ਅੰਦਰ ਇਦਾਂ ਆ ਰਿਹਾ। ਮੈਂ ਕਿਹਾ ਕਿ ਦੇਖੋ ਹੁਣ ਅਗਰ ਕੋਈ ਗਲਤ ਚੀਜ਼ ਹੈਗੀ ਆ, ਮੈਂ ਕਿਹਾ ਉਹ ਇੱਕ ਸਿੱਧੀ ਗੱਲ ਆ ਕਿ ਸ਼ੈਤਾਨ ਲੈ ਕੇ ਆਊਗਾ। ਮੈਂ ਕਿਹਾ ਔਰ ਪਰਮੇਸ਼ਰ ਹਮੇਸ਼ਾ ਤੁਹਾਡੇ ਨਾਲ ਅੱਛੀ ਗੱਲ ਹੀ ਕਰੂਗਾ। ਮੈਂ ਕਿਹਾ ਉਹ ਸ਼ੈਤਾਨ ਆ, ਉਹਦਾ ਕੰਮ ਹੀ ਇਹੀ ਆ। ਮੈਂ ਕਿਹਾ ਕਿ ਉਹ ਕਦੀ ਏਦਾਂ ਵੀ ਕਿਸੇ ਨੂੰ ਨਹੀਂ ਆ ਕੇ ਕਿਹਾ ਕਿ ਤੂੰ ਚਿੰਤਾ ਨਾ ਕਰ, ਤੇਰਾ ਬਹੁਤ ਵਧੀਆ ਹੋਣਾ, ਮੈਂ ਤੇਰੇ ਨਾਲ ਖੜਾ ਵਾਂ, ਤੂੰ ਚਿੰਤਾ ਨਾ ਕਰ, ਤੇਰਾ ਵੀਜ਼ਾ ਵੀ ਲੱਗ ਜਾਣਾ, ਤੇਰੇ ਆ ਵੀ ਕੰਮ ਹੋ ਜਾਣੇ, ਤੇਰਾ ਸਾਰਾ ਕੁਝ ਡਨ ਹੋ ਜਾਣਾ ਔਰ ਤੂੰ ਅੱਛੀਆਂ ਚੀਜ਼ਾਂ ਸੋਚ। ਉਹ ਹਮੇਸ਼ਾ ਤੁਹਾਡੇ ਮਾਈਂਡ ਦੇ ਅੰਦਰ ਆਊਗਾ ਔਰ ਤੁਹਾਨੂੰ ਪਰਖੂਗਾ, ਬੋਲਣ ਦੀ ਕੋਸ਼ਿਸ਼ ਕਰੂਗਾ ਕਿ ਦੇਖ ਤੈਨੂੰ ਤਾਂ ਬਹੁਤ ਟਾਈਮ ਹੋ ਗਿਆ ਚਰਚ ਜਾਂਦੇ, ਤੇਰੀ ਪ੍ਰਾਰਥਨਾ ਦਾ ਉੱਤਰ ਨਹੀਂ ਆਇਆ, ਤੂੰ ਤੇ ਬੋ ਵੀ ਰਿਹਾ ਵਾ, ਤੂੰ ਤੇ ਬੋ ਵੀ ਰਹੀ ਆ, ਤੂੰ ਤੇ ਸੇਵਾ ਵੀ ਕਰ ਰਹੀ ਆ, ਤੂੰ ਸੇਵਾ ਵੀ ਕਰ ਰਿਹਾ ਔਰ ਤੇਰੀਆਂ ਪ੍ਰਾਰਥਨਾ ਦਾ ਉੱਤਰ ਨਹੀਂ ਆਇਆ। ਹਾਲੇਲੂਇਆ। ਕਿਉਂਕਿ ਇਹਨੂੰ ਕਹਿੰਦੇ ਨੇ ਦਾ ਪਾਵਰ ਆਫ ਇਮੇਜਿਨੇਸ਼ਨ, ਜਿਹੜੀ ਉਤਪਤੀ ਦੇ ਅੰਦਰ ਪਰਮੇਸ਼ਰ ਨੇ ਇਸਤੇਮਾਲ ਕੀਤੀ। ਮਤਲਬ ਪ੍ਰਭੂ ਅਣਦੇਖੀਆਂ ਚੀਜ਼ਾਂ ਨੂੰ ਕੀ ਕਰਦਾ ਗਿਆ? ਬੋਲਦਾ ਗਿਆ। ਹਾਲੇਲੂਇਆ। ਅਗਰ ਆਪਾਂ ਇਹ ਚੀਜ਼ ਸਮਝ ਲਈਏ ਕਿ ਵਿਸ਼ਵਾਸ ਨੂੰ ਕਿੱਦਾਂ ਐਕਟੀਵੇਟ ਕਰਨਾ ਵਾ, ਕਿਉਂ ਸਾਰੀ ਚੀਜ਼ ਫੇਥ ਦੇ ਉੱਤੇ ਹੀ ਆ ਕੇ ਰੁਕਦੀ ਆ?
ਕਿਉਂ? ਕਿਉਂਕਿ ਜਿਹੜਾ ਮਸਾ ਹੈਗਾ ਵਾ ਉਹ ਕੀ ਕਰਦਾ ਵਾ, ਅਨੋਇੰਟਿੰਗ ਜਿਹੜੀ ਹੈਗੀ ਆ ਉਹ ਫੇਥ ਨੂੰ ਡਿਮਾਂਡ ਕਰਦਾ ਵਾ। ਤੁਹਾਡਾ ਕਿਸ ਤਰ੍ਹਾਂ ਦਾ ਫੇਥ ਹੈਗਾ ਵਾ? ਤੁਸੀਂ ਆਉਣ ਵਾਲੇ ਟਾਈਮ 'ਚ ਉਸੇ ਫੇਥ ਦੇ ਅਨੁਸਾਰ ਉਸ ਮੰਜ਼ਿਲ ਤੇ ਜਾਓਗੇ ਜਿੱਥੇ ਪਰਮੇਸ਼ਵਰ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਵਾ। ਹਾਲੇਲੂਇਆ। ਔਰ ਅਬਰਾਹਿਮ ਵੀ ਜਿਹੜਾ ਸੀਗਾ ਉਹ ਵੀ ਸੇਮ ਇਸੇ ਸਿਚੁਏਸ਼ਨ 'ਚ ਹੋ ਕੇ ਗਿਆ। ਔਰ ਜੋ ਆਪਾਂ ਇਹ ਵਚਨ ਪੜਿਆ ਉਹਨੇ ਕਿਹਾ, हे परमेश्वर केवल मुंह से कह दे तो मेरा सेवक चंगा हो जाएगा। मतलब उन्हें पहला निश्चय किया, फिर उन्हें आशा की, फिर उन्हें की किया, फिर उन्हें अनदेखी वस्तु, मतलब वो बहुत दूर सीगा। उन्हें क्या, प्रभु तू इत्थों ही बोल दे, तू इत्थों ही बोल और बोलना शुरू कर, और की होगा कि मेरा जेड़ा सेवक है वो चंगा हो जाऊगा। हालेलुया। हुण फेथ जेड़ा हैगा वा मूंह दे अंदरों काम करदा वा। पर अज प्रॉब्लम यह आ कि अगर तुहाडीआं 3 प्रार्थना सुन के एक दा चौथी का उत्तर ना आवे या परमेश्वर थोड़ा जा लेट कर दे तो लोग मूँह चों बोलण लग पैंदे ने कि मैं बहुत ज्यादा चिंतित हाँ, मैनू बहुत ज्यादा चिंता वा। और बाइबल दे विच की लिखिया, कहंदा तुम परमेश्वर को विश्वास के बिना प्रसन्न नहीं कर सकते। हालेलुया। ਇਹਦਾ मतलब जदों ਅਸੀਂ अनफेथफुल शब्द मूँह दे अंदरों बोलते हाँ। हुण देखो अंगीकार करन च की जांदा वा, सवेरे उठो, रोज उठ के बोलो, प्रभु जो तुहानू 2-4 जिन्हें मिलन, ठीक है, वो बोलो एक दूसरे नू। बोलन च की जांदा, परमेश्वर मैनू हैलीकॉप्टर देन जा रहा, बोलन च थोड़ा कोई टैक्स लगता वा। हालेलुया। हुण भैणां ने सवेरे उठन और बोलन, प्रभु मैनू सूटां दी फैक्ट्री देन जा रहा। ते देखो चीज की आ कि अगर ताडे मुंह दे अंदर परमेश्वर ने पावर दी हुई है, परमेश्वर और इसे मुंह दे अनुसार खुदा निर्धारित करदा वा कि तुसी किथे जांदे हो और परमेश्वर तुहानू किथे लेके जांदा वा। हालेलुया। और मैं तुहानू एक छोटी जी गवाही दसदा। अज जदों मैं आ रहा सी, क्यों मैं तुहानू दस रहा कि हर एक चीज है जिहड़ी फेथ दे नाल आ। हालेलुया। क्योंकि अगर फेथ दा बीज विश्वास तुहाडे अंदर आ गया, बाइबल बयान करदी उत्पत्ति तो लैके प्रकाशित वाक्य तक जिन्ना जिन्ना दे द्वारा परमेश्वर ने काम कीता, परमेश्वर ने पहला उन्हां दे अंदर विश्वास नूं पाया। चाहे वो गिदौन सीगा, चाहे वो अब्राहिम सीगा, चाहे वो याकूब सीगा, चाहे वो इसहाक सीगा, चाहे वो कोई भी व्यक्ति सीगा, परमेश्वर ने ओदे अंदर पहला की पाया, विश्वास नूं पाया। हालेलुया। जदों मैं अज तो कुछ साल पहला सेवा करता सीगा, और मैं तुहानू पहला भी कुछ ये चीज दस चुकिया कि जदों मैं सेवा च गया और जदों मैं उत्थे सेवा करता सी और 1 लाख दी भीड़ दे अंदरों सिर्फ मेरा ही बाहरों उथों कोई बाइक लैके चला गया। और जदों मैं बाहर आया और मैं कहा, परमेश्वर, मैं कहा मैं 8 घंटे प्रेयर करके आया अंदर, मैं कहा तू मतलब मैनू समझ नहीं आई। और की होया, पर मैं अपना विश्वास असी नहीं गवाया। हालेलुया। मेरे को जान वास्ते तक व्हीकल नहीं सीगी, और जेड़ी चीज मैं लैके जांदा सीगा, जिन्हां दा स्कूटर मैं लिता, उन्होंने मैनू एक बड़ी प्यार नाल वार्निंग दित्ती, कहंदे ये बंद हो जाना किते भी, और अगे तुहाडी जिम्मेवारी। मैं कहा कोई प्रॉब्लम नहीं, मैं कहा तुसीं मैनू दो, मैं अपनी सेवा तो पीछे नहीं हटना। हुण बाइबल कहंदी अनदेखी वस्तुओं का प्रमाण। हालेलुया। मेरे पैर ते शूज उस स्कूटर तो ज्यादा महंगे सीगे जेडे मैं पा के जांदा सी। क्यों? क्योंकि मैं जो बाइक खरीदिया सी, मेरा एक लौता ही कोई बाइक चक के ले गया, चाबी सिर्फ मेरे कोल रह गई और वो चला गया। हालेलुया। पर जिस दिन मैनू कोई उतारण आया और मैनू खुदा ने एक गल कही, अगर तू विश्वास करेगा तो मैं इस मोड़ तू लैके तुहाडे घर दे इस मोड़ तक मैं तुहाडीआं गड्डियां नू लगा दांगा। हालेलुया। पर सिचुएशन कहंदी पई सीगी कि बाइक भी चला गया वा ते हुण जाना किद्दां सेवा करन। और अज जदों मैं आया और अज जदों पास्टर जी मेरे मदर जदों गेट ते आए और जिद्दां ही मैं गड्डी च बैठन लगा और मैं उन्होंने एक गल दसी, मैं कहा ये बैग याद आ, ते वो बोले नहीं। मैं कहा वही बैग आ, मैं कहा जेड़ा 6 साल पहला मैं कहा मैं लैके एक दिन गया और मैं कहा कि तुसी गेट बंद करन आए, और उस टाइम मैं सेवा च जांदा सी। अज ओही बैग लैके मैं अपनियां 3 गड्डियां दियां चाबियां फड़ियां और मैं ये चॉइस करदा पिया सी कि मैं केड़ी गड्डी लैके जावां। हालेलुया। मतलब विश्वास अगर तुसी कर लिया, तानू फिर वदन तो कोई नहीं रोक सकदा। परीक्षा आऊगी। परमेश्वर ने अब्राहिम दे द्वारा एक वंश कटना सीगा। परमेश्वर ने की करना सी? अब्राहिम दे द्वारा वंश कटना सी। अब्राहिम चो यहूदी होए, अब्राहिम चो ही
ਅਰਬ ਦੇ ਲੋਕ ਹੋਏ, ਇਬਰਾਹਿਮ ਦੇ ਅੰਦਰੋਂ ਹੀ ਕ੍ਰਿਸਚਨ ਲੋਕ ਹੋਏ। ਮਤਲਬ ਪਰਮੇਸ਼ਰ ਇੱਕ ਵੱਡੀ ਪਲੈਨਿੰਗ ਕਰਕੇ ਬੈਠਾ ਸੀ ਔਰ ਉਨਾ ਹੀ ਵੱਡਾ ਇਬਰਾਹਿਮ ਦਾ ਕੀ ਹੋਇਆ, ਟੈਸਟ ਹੋਇਆ, ਉਹਦੀ ਪ੍ਰੀਖਿਆ ਲਿੱਤੀ ਗਈ। ਪਰ ਇਬਰਾਹਿਮ ਨੇ ਕੀ ਕੀਤਾ, ਅਣਦੇਖੀਆਂ ਵਸਤੂਆਂ ਦੇ ਉੱਤੇ ਕੀ ਕੀਤਾ, ਵਿਸ਼ਵਾਸ ਕੀਤਾ। ਹਾਲੇਲੂਇਆ। ਅੱਜ ਪ੍ਰੋਬਲਮ ਕੀ ਹੈ ਕਿ ਅਗਰ ਕੋਈ ਕਿਸੇ ਨੂੰ ਅਗਰ ਪਰਮੇਸ਼ਰ ਗੱਲ ਕਰੇ ਉਹ ਫੇਥ ਨਹੀਂ ਕਰਦਾ। ਹਾਲੇਲੂਇਆ। ਅਗਰ ਅੱਜ ਪ੍ਰੋਬਲਮ ਕੀ ਆ, ਅਗਰ ਅਸੀਂ ਕੋਈ ਚੀਜ਼ ਨੂੰ ਲੈ ਰਹੇ ਆ ਜਾਂ ਅਗਰ ਪਰਮੇਸ਼ਰ ਕਿਸੇ ਨੂੰ ਕਵੇ ਕਿ ਤੁਸੀਂ ਆਹ ਜਗ੍ਹਾ ਲੈ ਲਓ ਔਰ ਮੈਂ ਇਹਨੂੰ ਤੁਹਾਨੂੰ ਦੇਣਾ ਵਾ। ਹਾਲੇਲੂਇਆ। ਤੇ ਅੱਜ ਕੀ ਪ੍ਰੋਬਲਮ ਹੈ, ਕਿਉਂ ਚਰਚਿਸ ਗਰੋ ਨਹੀਂ ਕਰ ਰਹੀਆਂ, ਕਿਉਂ ਕੰਮ ਨਹੀਂ ਹੋ ਰਿਹਾ, ਕਿਉਂ ਲੋਕ ਨਹੀਂ ਬਚਦੇ ਪਏ, ਕਿਉਂਕਿ ਉਸ ਜਗ੍ਹਾ ਨੂੰ ਲੈਣ ਤੋਂ ਪਹਿਲਾਂ ਉਹ ਵਿਅਕਤੀ ਆਪਣੇ ਦਿਮਾਗ 'ਚ ਸੋਚੂਗਾ, ਅੱਛਾ ਜੇ ਜਗ੍ਹਾ ਲੈ ਲਈ ਤੇ ਇਹਨਾਂ ਸਿਸਟਮ ਕਿੱਦਾਂ ਬਣਾਵਾਂਗੇ। ਔਰ ਇੱਕ ਚੀਜ਼ ਹੈ ਕਿ ਅਗਰ ਪਰਮੇਸ਼ਰ ਤੁਹਾਨੂੰ ਕੋਈ ਚੀਜ਼ ਦੇਵੇਗਾ ਉਹਨੂੰ ਮੇਨਟੇਨ ਕਰਨ ਲਈ, ਉਹਨੂੰ ਅੱਗੇ ਬਣਾਉਣ ਦੇ ਲਈ, ਜਿੱਦਾਂ ਕਹਿੰਦੇ ਨੇ ਅਗਰ ਪਰਮੇਸ਼ਰ ਨੇ ਤੁਹਾਨੂੰ ਜੀਵਨ ਦਿੱਤਾ ਉਹ ਤੁਹਾਨੂੰ ਕੱਪੜੇ ਵੀ ਦਊਗਾ, ਤੁਹਾਨੂੰ ਰੋਟੀ ਵੀ ਦਊਗਾ, ਤੁਹਾਨੂੰ ਹਰ ਇੱਕ ਉੱਤਮ ਚੀਜ਼ ਦਊਗਾ। ਹਾਲੇਲੂਇਆ। ਪਰ ਉਹ ਕਿਸ ਤਰ੍ਹਾਂ, ਵਿਸ਼ਵਾਸ ਦੇ ਦੁਆਰਾ ਔਰ ਅਣਦੇਖੀਆਂ ਚੀਜ਼ਾਂ ਨੂੰ ਕੀ ਕਰਨਾ, ਆਪਣੇ ਮੂੰਹ ਦੇ ਅੰਦਰੋਂ ਕੀ ਕਰਨਾ, ਬੋਲਣਾ। ਹਾਲੇਲੂਇਆ। ਇਹ ਇੱਕ ਡੈਫੀਨੇਸ਼ਨ ਸੀਗੀ ਵਿਸ਼ਵਾਸ ਦੀ। ਮਤਲਬ ਅਗਰ ਤੁਸੀਂ ਵਿਸ਼ਵਾਸ ਨੂੰ ਆਪਣੇ ਅੰਦਰ ਲੈ ਲਿਆ, ਮਤਲਬ ਫੇਥ ਕੀ ਆ, ਵਿਸ਼ਵਾਸ ਇੱਕ ਬੀਜ ਦੀ ਤਰ੍ਹਾਂ ਵਾ। ਯੀਸ਼ੂ ਮਸੀਹ ਨੇ ਪਤਰਸ ਦੇ ਅੰਦਰ ਇੱਕ ਬੀਜ ਦੇਖਿਆ ਸੀ। ਪਰਮੇਸ਼ਰ ਉਹਦੇ ਅੰਦਰ ਇੱਕ ਬੀਜ ਦੇਖ ਚੁੱਕਿਆ ਸੀ। ਉਹ ਬੀਜ ਕਿਸ ਚੀਜ਼ ਦਾ ਸੀ, ਪਰਮੇਸ਼ਰ ਨੂੰ ਪਤਾ ਸੀ ਕਿ ਇਹਦੇ ਦੁਆਰਾ ਪਵਿੱਤਰ ਆਤਮਾ ਇਹਨਾਂ ਤੇ ਮੈਂ ਉਤਾਰਾਂਗਾ, ਇਹਦੇ ਦੁਆਰਾ ਪਹਿਲੀ ਕਲੀਸਿਆ ਖੜੀ ਹੋਊਗੀ, ਇਹਦੇ ਦੁਆਰਾ ਯਹੂਦੀ ਬਚਣਗੇ, ਯੂਨਾਨੀ ਬਚਣਗੇ, ਪੂਰੀ ਦੁਨੀਆ ਬਚੇਗੀ। ਔਰ ਅੱਜ ਜੋ ਆਪਾਂ ਬੈਠੇ ਆ ਉਹ ਪਤਰਸ ਦੇ ਪ੍ਰਚਾਰ ਦੇ ਕਰਕੇ ਹੀ ਬੈਠੇ ਹੋਏ ਆ। ਹਾਲੇਲੂਇਆ। ਕੀ ਆ ਹੁਣ, ਕੀ ਉਹ ਬੀਜ ਆ ਜਿਹੜਾ ਪਰਮੇਸ਼ਰ ਸਾਨੂੰ ਦਿੰਦਾ ਵਾ, ਵਿਸ਼ਵਾਸ ਇੱਕ ਬੀਜ ਦੀ ਤਰ੍ਹਾਂ ਵਾ। ਹਾਲੇਲੂਇਆ। ਮੈਨੂੰ ਪਰਮੇਸ਼ਰ ਨੇ ਇੱਕ ਗੱਲ ਕਹੀ ਕਿ ਅੱਜ ਜਦੋਂ ਤੁਸੀਂ ਇਸ ਵਚਨ ਨੂੰ ਸੁਣੋਗੇ, ਉਹੀ ਵਿਸ਼ਵਾਸ ਦਾ ਬੀਜ ਤੁਹਾਡੇ ਕੀ ਕਰੂਗਾ, ਅੰਦਰ ਜਾਊਗਾ। ਹਾਲੇਲੂਇਆ। ਔਰ ਉਹੀ ਬੀਜ ਜਿਹੜਾ ਤੁਸੀਂ ਇੱਥੋਂ ਲੈ ਕੇ ਜਾਓਗੇ, ਇਹੀ ਤੁਹਾਡੇ ਫਾਈਨੈਂਸ ਨੂੰ ਖੋਲੇਗਾ, ਇਹੀ ਤੁਹਾਡੇ ਰਾਸਤਿਆਂ ਨੂੰ ਖੋਲੇਗਾ, ਇਹੀ ਤੁਹਾਨੂੰ ਐਕਸੀਲੈਂਸ ਦਊਗਾ, ਇਹੀ ਤੁਹਾਡੇ ਫਾਈਨੈਂਸ ਦੇ ਬੰਦੋਬਸਤ ਕਰੂਗਾ, ਇਹੀ ਤੁਹਾਨੂੰ ਪ੍ਰੋਸਪਰ ਕਰੂਗਾ। ਅਲੱਗ-ਅਲੱਗ ਹਿੱਸਿਆਂ 'ਚ ਖੁਦਾ ਕਹਿੰਦਾ ਮੈਂ ਕੀ ਕਰੂੰਗਾ, ਲੈ ਕੇ ਜਾਊਂਗਾ। ਹਾਲੇਲੂਇਆ। ਪਰ ਕਿਸ ਤਰ੍ਹਾਂ, ਕਹਿੰਦਾ ਤੂੰ ਮੇਰਾ ਸੇਵਕ, ਕਹਿੰਦਾ ਤੂੰ ਬੋਲ, ਕਹਿੰਦਾ ਮੇਰਾ ਸੇਵਕ ਚੰਗਾ ਹੋ ਜਾਏਗਾ। ਹਾਲੇਲੂਇਆ। ਵਿਸ਼ਵਾਸ ਦਾ ਬੀਜ ਆਪਾਂ ਉਹਨੂੰ ਕਿਸ ਤਰ੍ਹਾਂ ਸੋਚ ਸਕਦੇ, ਜਿੱਦਾਂ ਲਗਾ ਲਓ ਕਿ ਇੱਕ ਅੰਬ ਦਾ ਪੇੜ ਆ ਔਰ ਉਹ ਅੰਬ ਦੇ ਪੇੜ ਦਾ ਜੋ ਬੀਜ ਆ ਨਾ, ਉਹ ਆਪਣੇ ਆਪ ਦੇ ਅੰਦਰ ਹੀ ਇੱਕ ਅੰਬ ਦਾ ਪੇੜ ਆ। ਹਾਲੇਲੂਇਆ। ਮਤਲਬ ਉਹ ਹੈ ਤਾਂ ਇੱਕ ਬੀਜ ਆ, ਪਰ ਉਹ ਬੀਜ ਨਹੀਂ ਹੈਗਾ, ਉਹ ਕੀ ਹੈਗਾ, ਇੱਕ ਬਹੁਤ ਵੱਡਾ ਪੇੜ ਆ। ਹਾਲੇਲੂਇਆ। ਦੇਖੋ ਤੁਹਾਨੂੰ ਮੈਂ ਇੱਕ ਚੀਜ਼ ਸਮਝਾਉਣਾ। ਇੱਕ ਦਿਨ ਅਸੀਂ ਇਦਾਂ, ਮੈਂ ਵਾਕ ਕਰ ਰਿਹਾ ਸੀ ਰਾਤ ਨੂੰ ਔਰ ਉੱਥੇ 2-3 ਤਰ੍ਹਾਂ ਦੇ ਇੱਕੋ ਪੇੜ ਲੱਗੇ ਹੋਏ ਸੀ ਅੰਬ ਦੇ। ਠੀਕ ਆ, ਜਿਹਨੂੰ ਆਪਾਂ ਮੈਂਗੋ ਟਰੀ ਕਹਿੰਦੇ, ਉੱਥੇ ਉਹ ਟਰੀ ਲੱਗੇ ਹੋਏ ਸੀ। ਔਰ ਮੈਂ ਇੱਕ ਚੀਜ਼ ਬੜੇ ਧਿਆਨ ਨਾਲ ਦੇਖੀ, ਮੈਨੂੰ ਪਰਮੇਸ਼ਰ ਨੇ ਕਿਹਾ ਕਿ ਇਹਨਾਂ ਦੇ ਵੱਲ ਦੇਖ। ਔਰ ਜਦੋਂ ਮੈਂ ਦੇਖਿਆ, ਮੈਂ ਕੀ ਦੇਖਿਆ ਕਿ ਸੀਜ਼ਨ ਗਰਮੀ ਦਾ ਸੀਗਾ। ਇੱਕ ਜਿਹੜਾ ਪੇੜ ਸੀਗਾ ਉਹਦੇ ਤੇ ਉਹ ਛੋਟੇ-ਛੋਟੇ ਦਾਣੇ ਆਏ ਸੀ, ਇੱਕ ਦੇ ਉੱਤੇ ਛੋਟੇ-ਛੋਟੇ ਅੰਬ ਲੱਗੇ ਸੀ ਔਰ ਇੱਕ ਦੇ ਉੱਤੇ ਥੋੜੇ ਵੱਡੇ ਲੱਗੇ ਹੋਏ ਸੀ। ਹਾਲੇਲੂਇਆ। ਹੋ ਸਕਦਾ ਵਾ ਕਿ ਤੁਸੀਂ ਇੱਕੋ ਚਰਚ ਜਾਂਦੇ ਹੋਵੋ, ਉੱਤੋਂ ਪਰਮੇਸ਼ਰ ਨੂੰ ਫੋਲੋ ਕਰਦੇ ਹੋਵੋ, ਪਰ ਹਰ ਕਿਸੇ ਦਾ ਪਰਮੇਸ਼ਰ ਨੇ ਵਧਣ ਦਾ ਇੱਕ ਕੀ ਰੱਖਿਆ ਹੋਇਆ, ਸਮੇਂ ਰੱਖਿਆ ਹੋਇਆ। ਹਾਲੇਲੂਇਆ। ਹੁਣ ਅਗਰ ਉਹ ਅੰਬ ਦਾ ਪੇੜ ਆ, ਉਹਨੂੰ ਕਹਿਣ ਦੀ ਲੋੜ ਹੈਗੀ ਹੈ ਕਿ ਮੇਰੇ ਉੱਤੇ ਫਲ ਲੱਗਣ, ਉਹਨੂੰ ਬੋਲਣ ਦੀ ਜ਼ਰੂਰਤ ਨਹੀਂ ਹੈਗੀ। ਇਸੇ ਤਰ੍ਹਾਂ ਅਗਰ ਤੁਸੀਂ ਪਰਮੇਸ਼ਰ ਦੇ ਅੰਦਰ ਔਰ ਤੁਸੀਂ ਵਿਸ਼ਵਾਸ ਕਰਦੇ ਪਏ ਹੋ, ਤੁਹਾਨੂੰ ਬੋਲਣ ਦੀ ਜ਼ਰੂਰਤ ਨਹੀਂ ਹੈਗੀ, ਕਿ ਤੁਹਾਨੂੰ ਇਹ ਸੋਚਣ ਦੀ ਵੀ ਲੋੜ ਨਹੀਂ ਹੈਗੀ ਕਿ ਪਰਮੇਸ਼ਰ ਮੈਨੂੰ ਬਲੈਸ ਕਰੇਗਾ ਜਾਂ ਮੈਨੂੰ ਬਲੈਸ ਨਹੀਂ ਕਰੇਗਾ। ਹਾਲੇਲੂਇਆ। ਕਿਉਂਕਿ ਜਿੱਦਾਂ ਸੀਜ਼ਨ ਆਇਆ ਉਦਾਂ ਤੁਸੀਂ ਗਰੋ ਕਰੀ ਜਾਣਾ ਵਾ। ਮਤਲਬ ਇੱਕ ਦੇ ਉੱਤੇ ਅਜੇ ਛੋਟੇ-ਛੋਟੇ ਦਾਣੇ ਆਏ ਸੀ, ਇੱਕ ਤੇ ਛੋਟੇ ਫਲ ਸੀ, ਇੱਕ ਤੇ ਥੋੜੇ ਵੱਡੇ ਫਲ ਸੀ। ਮਤਲਬ ਚਾਹੇ ਪਹਿਲੇ ਆ ਜਾਣ, ਚਾਹੇ ਬਾਅਦ 'ਚ ਆ ਜਾਣ, ਬਰਕਤ ਆਊਗੀ ਕਿਹਦੇ ਕੋਲ, ਅਗਰ ਤੁਸੀਂ ਵਿਸ਼ਵਾਸ ਕਰੋਗੇ। ਅਗਰ ਅਸੀਂ ਵਿਸ਼ਵਾਸ ਕਰਾਂਗੇ ਤਾਂ ਉਹ ਕਿਹਦੇ ਕੋਲ ਆਊਗੀ, ਸਾਡੇ ਕੋਲ ਹੀ ਆਊਗੀ। ਹਾਲੇਲੂਇਆ। ਹੁਣ ਇਸ ਤੋਂ ਬਾਅਦ ਆਪਾਂ ਇੱਕ ਚੀਜ਼ ਦੇਖਾਂਗੇ ਕਿ ਇਹ ਹੋਗੀ ਗੱਲ ਫੇਥ ਦੀ।
ਹੁਣ ਜੋ ਆਪਾਂ ਗੱਲ ਦੇਖੀ ਕਿ ਸੂਬੇਦਾਰ ਨੇ ਵੀ ਗੱਲ ਕਹੀ ਕਿ हे प्रभु मैं इस योग्य नहीं कि तू मेरी छत तले आए, केवल मुंह से कह दे तो मेरा सेवक चंगा हो जाएगा। हालेलुया। मतलब उस व्यक्ति ਦਾ ਕਿਸ ਲੈਵਲ ਦਾ ਉਹਦਾ ਕਿੱਦਾਂ ਦਾ ਵਿਸ਼ਵਾਸ ਹੋਣਾ ਵਾ। ਅਗਰ ਅੱਜ ਕਿਸੇ ਦਾ ਕੋਈ ਕੰਮ ਰੁਕ ਜਾਂਦਾ ਵਾ ਜਾਂ ਕੋਈ ਕੰਮ ਨਹੀਂ ਹੁੰਦਾ, ਅਸੀਂ ਹਮੇਸ਼ਾ ਮੂੰਹ ਚ ਕੀ ਬੋਲਦੇ ਆ, ਨੈਗੇਟਿਵ ਸ਼ਬਦ ਬੋਲਨੇ ਸ਼ੁਰੂ ਕਰ ਦਿੰਦੇ ਆ। ਹਾਲੇਲੂਇਆ। ਕੱਲ ਮੈਨੂੰ ਜਦੋਂ ਕਿਸੇ ਦਾ ਇੱਕ ਪ੍ਰੇਅਰ ਵਾਸਤੇ ਕਾਲ ਹੈ, ਉਹਨਾਂ ਨੇ ਮੈਨੂੰ ਕਿਹਾ ਕਿ ਉਹਨਾਂ ਦਾ ਆਲਮੋਸਟ ਕੰਮ ਹੋ ਚੁੱਕਿਆ ਹੈ, ਪਰ ਉਹਨਾਂ ਨੇ ਕਿਹਾ ਕਿ ਉਹ ਬੜੀ ਚਿੰਤਾ ਕਰ ਰਹੇ। ਔਰ ਮੈਂ ਥੋੜਾ ਉਹਨਾਂ ਨਾਲ ਜਦ ਗੱਲ ਕੀਤੀ, ਮੈਂ ਹੱਸਣ ਲੱਗ ਪਿਆ। ਮੈਂ ਕਿਹਾ ਕਿ ਉਹਨਾਂ ਨੂੰ ਕਹੋ ਕਿ ਤੁਹਾਡੀ ਚਿੰਤਾ ਕਰਨਾ ਕਿ ਤੇਰਾ ਕੰਮ ਹੋ ਜਾਊਗਾ। ਮੈਂ ਕਿਹਾ ਜੇ ਤੇ ਹੋ ਜਾਊਗਾ ਤੇ ਮੈਂ ਕਿਹਾ ਫਿਰ ਬਹੁਤ ਅੱਛੀ ਗੱਲ ਆ। ਮੈਂ ਕਿਹਾ ਕਰੋ, ਬੈਠ ਕੇ ਗੱਡੀ ਚਲਾਉਂਦੇ ਟਾਈਮ ਵੀ ਚਿੰਤਾ ਕਰੋ, ਕਾਰ ਆਉਂਦੇ ਟਾਈਮ ਵੀ ਚਿੰਤਾ ਕਰੋ, ਠੀਕ ਆ। ਮੈਂ ਕਿਹਾ ਰੋਟੀ ਖਾਂਦੇ ਟਾਈਮ ਵੀ ਚਿੰਤਾ ਕਰੋ। ਮੈਂ ਕਿਹਾ ਇਸ ਤੋਂ ਜ਼ਿਆਦਾ ਕਿ ਜਦੋਂ ਸੁੱਤੇ ਹੁੰਦੇ ਨਾ, ਉੱਠ ਕੇ ਰਾਤੀ 2, 3, 4 ਵਜੇ ਬਾਹਰ ਜਾ ਕੇ ਵੀ ਬੋਲੋ ਕਿ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ। ਮੈਂ ਕਿਹਾ ਅਗਰ ਤੁਹਾਡਾ ਕੰਮ ਹੁੰਦਾ ਵਾ। ਹਾਲੇਲੂਇਆ। ਹੁਣ ਚੀਜ਼ ਕੀ ਆ, ਬਾਈਬਲ ਕਹਿੰਦੀ ਆ ਕਿ ਅਸੀਂ ਆਪਣੇ ਸ਼ਬਦਾਂ ਨੂੰ ਕੀ ਕਰਨਾ, ਇਸਤੇਮਾਲ ਕਰਨਾ ਵਾ। ਅਸੀਂ ਅਣਦੇਖੀਆਂ ਚੀਜ਼ਾਂ ਨੂੰ ਬੋਲਣਾ ਸ਼ੁਰੂ ਕਰਨਾ ਵਾ ਤੇ ਪਰਮੇਸ਼ਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਵਾ। ਹੁਣ ਕਿਉਂ ਸ਼ੈਤਾਨ ਸਾਡੇ ਮਾਈਂਡ ਦੇ ਨਾਲ, ਤੁਹਾਡੇ ਮਾਈਂਡ ਦੇ ਅੰਦਰ ਨੈਗੇਟਿਵ ਚੀਜ਼ਾਂ ਪਾਉਂਦਾ, ਉਹਨੂੰ ਪਤਾ ਵਾ। ਦੇਖੋ ਉਹਨੂੰ ਤੁਸੀਂ ਕੋਈ ਅੱਜ ਪ੍ਰੋਬਲਮ ਇਹ ਆ ਕਿ ਜਦੋਂ ਅਸੀਂ ਚਰਚ ਜਾਂਦੇ ਆ ਜਾਂ ਪ੍ਰੇਅਰ ਕਰਦੇ ਆ, ਅਸੀਂ ਬਾਈਬਲ ਪੜ੍ਹਦੇ ਆ ਤੇ ਉਹਨੂੰ ਤੁਸੀਂ ਇੱਕ ਕੱਚਾ ਖਿਡਾਰੀ ਆਪਾਂ ਉਹਨੂੰ ਨਹੀਂ ਸਮਝ ਸਕਦੇ। ਉਹਨੇ ਬਹੁਤ ਲੋਕਾਂ ਨੂੰ ਸੁੱਟਿਆ, ਬਹੁਤ ਕੁਝ ਉਹਨੇ ਕੀਤਾ, ਪਰ ਐਂਡ ਦਾ ਰਿਜ਼ਲਟ ਉਹ ਕੀ ਆ, ਹਮੇਸ਼ਾ ਪਰਮੇਸ਼ਰ ਦੇ ਕਰੂਸ ਦੇ ਥੱਲੇ ਹੈਗਾ ਵਾ। ਹਾਲੇਲੂਇਆ। ਪਰ ਉਹ ਹਾਵੀ ਕਿੰਨਾ ਦੇ ਉੱਪਰ ਹੁੰਦਾ, ਕਿਉਂ? ਉਹ ਤੁਹਾਡੇ ਦਿਮਾਗ ਦੇ ਅੰਦਰ ਹੀ ਸਾਡੇ ਕੰਮ ਕਰਦਾ ਵਾ। ਕਿਉਂ? ਉਹ ਇਸੇ ਲਈ ਕਿ ਸਾਡੇ ਮਾਈਂਡ ਤੇ ਪ੍ਰੈਸ਼ਰ ਪਵੇ ਔਰ ਅਸੀਂ ਆਪਣੇ ਮੂੰਹ ਦੇ ਅੰਦਰੋਂ ਅਵਿਸ਼ਵਾਸ ਦੀਆਂ ਗੱਲਾਂ ਨੂੰ ਬੋਲੀਏ। ਕਿਉਂ? ਕਿਉਂਕਿ ਉਹ ਇਸ ਚੀਜ਼ ਨੂੰ ਜਾਣਦਾ ਸੀਗਾ ਔਰ ਅੱਜ ਵੀ ਜਾਣਦਾ ਵਾ ਕਿ ਪਰਮੇਸ਼ਰ ਨੇ ਹਰ ਇੱਕ ਚੀਜ਼ ਨੂੰ ਕਿਸ ਤਰ੍ਹਾਂ ਬਣਾਇਆ। ਹਾਲੇਲੂਇਆ। ਹੁਣ ਜੋ ਆਪਾਂ ਗੱਲ ਕਰ ਰਹੇ ਸੀਗੇ ਕਿ ਦੇਖਿਆ ਔਰ ਅਣਦੇਖਿਆ ਵਿਸ਼ਵਾਸ, ਸੂਬੇਦਾਰ ਨੇ ਕੀ ਕੀਤਾ, ਇੱਕ ਅਣਦੇਖਿਆ ਹੋਇਆ ਵਿਸ਼ਵਾਸ ਕੀਤਾ। ਔਰ ਇੱਕ ਵਿਸ਼ਵਾਸ ਹੈਗਾ ਵਾ ਕਿ ਦੇਖ ਕੇ ਵਿਸ਼ਵਾਸ ਕਰਨਾ, ਜਿਹੜਾ ਵਿਸ਼ਵਾਸ ਕਿੰਨੇ ਕੀਤਾ, ਥੋਮਾ ਨੇ ਵਿਸ਼ਵਾਸ ਕੀਤਾ। ਹਾਲੇਲੂਇਆ। ਥੋਮਾ ਨੇ ਕਿਸ ਤਰ੍ਹਾਂ ਦਾ ਫੇਥ ਕੀਤਾ? ਪ੍ਰਭੂ ਯਿਸੂ ਮਸੀਹ ਦੇ 12 ਚੇਲੇ ਸੀਗੇ, ਓਕੇ, ਔਰ 10 ਚੇਲਿਆਂ ਨੂੰ ਪਰਮੇਸ਼ਰ ਨੇ ਆਪਣਾ ਦਰਸ਼ਨ ਦਿੱਤਾ ਕਿਉਂਕਿ ਯਹੂਦਾ ਮਰ ਚੁੱਕਿਆ ਸੀ। ਔਰ ਜਦੋਂ ਥੋਮਾ ਉੱਠਿਆ, ਥੋਮਾ ਨੇ ਕਿਹਾ ਅਗਰ ਮੈਂ ਪ੍ਰਭੂ ਦੇ ਉਹਨਾਂ ਹੱਥਾਂ ਦੇ ਵਿੱਚ ਜਿੱਥੇ ਕਰੂਸ ਲੱਗੇ ਆ ਮੈਂ ਚੈੱਕ ਨਾ ਕਰ ਲਵਾਂ, ਮੈਂ ਵਿਸ਼ਵਾਸ ਨਹੀਂ ਕਰਾਂਗਾ। ਹਾਲੇਲੂਇਆ। ਇਹਨੂੰ ਕਹਿੰਦੇ ਨੇ ਅਣਦੇਖਾ ਵਿਸ਼ਵਾਸ, ਜੋ ਅੱਜ ਵੀ ਚਰਚਾ ਦੇ ਅੰਦਰ ਬਲੀਵਰਸ ਦੇ ਅੰਦਰ ਕੰਮ ਕਰਦਾ ਵਾ ਕਿ ਪ੍ਰਭੂ ਪਹਿਲਾਂ ਮੇਰਾ ਕੰਮ ਕਰ ਦਵੇ, ਪ੍ਰਭੂ ਮੇਰੀ ਲਾਈਫ 'ਚ ਮਿਰੇਕਲ ਕਰ ਦਵੇ, ਪ੍ਰਭੂ ਮੈਨੂੰ ਇਹ ਕੰਮ ਕਰਕੇ ਦਿਖਾਵੇ ਤਾਂ ਮੈਂ ਫੇਥ ਕਰਾਂਗਾ, ਤਾਂ ਮੈਂ ਫੇਥ ਕਰਾਂਗੀ। ਹਾਲੇਲੂਇਆ। ਇਹ ਵੀ ਇੱਕ ਵਿਸ਼ਵਾਸ ਆ, ਪਰ ਇਹਨੂੰ ਕਹਿੰਦੇ ਨੇ ਦੇਖਿਆ ਹੋਇਆ ਵਿਸ਼ਵਾਸ। ਹਾਲੇਲੂਇਆ। ਹੁਣ ਦੇਖੇ ਔਰ ਅਣਦੇਖੇ ਵਿਸ਼ਵਾਸ ਦੇ ਅੰਦਰ ਕੀ ਫਰਕ ਆ? ਹੁਣ ਇੱਕ ਪਰਸਨ ਆ, ਉਹ ਚਰਚ ਆ ਰਿਹਾ, ਉਹ ਪ੍ਰੇਅਰ ਕਰਾ ਰਿਹਾ, ਉਹ ਕਹਿ ਰਿਹਾ ਕਿ ਅਗਰ ਮੇਰਾ ਇਹ ਕੰਮ ਹੋ ਗਿਆ ਤੇ ਮੈਂ ਕੀ ਕਰਾਂਗਾ, ਮੈਂ ਬੋਵਾਂਗਾ, ਮੈਂ ਆ ਸਪੋਰਟ ਕਰੂੰਗਾ, ਮੈਂ ਪ੍ਰਭੂ ਤੇਰੇ ਕੰਮ ਕਰੂੰਗਾ, ਮੈਂ ਸੁਸਮਾਚਾਰ ਦੇਣ ਜਾਊਂਗੀ, ਮੈਂ ਸੁਸਮਾਚਾਰ ਦੇਣ ਜਾਊਂਗਾ, ਜਾਂ ਪਰਮੇਸ਼ਰ ਮੇਰੀ ਲਾਈਫ 'ਚ ਮੈਨੂੰ ਚੰਗਾ ਕਰ ਜਾਂ ਮੇਰੀ ਹੀਲਿੰਗ ਕਰ। ਹੁਣ ਦੇਖੇ ਔਰ ਅਣਦੇਖੇ ਵਿਸ਼ਵਾਸ ਦੇ ਅੰਦਰ ਕੀ ਫਰਕ ਆ? ਜਿਹੜਾ ਤੁਸੀਂ ਵਿਸ਼ਵਾਸ ਦੇਖ ਕੇ ਕਰੋਗੇ ਉਹ ਤੁਹਾਨੂੰ ਸੀਮਿਤ ਰੱਖੂਗਾ। ਮਤਲਬ ਇੱਕ ਘਰ, ਇੱਕ ਗੱਡੀ, ਥੋੜਾ ਜਿਹਾ ਫਾਈਨੈਂਸ, ਥੋੜੇ ਜਿਹੇ ਕੰਮ, ਉਹ ਤੁਹਾਨੂੰ ਸੀਮਿਤ ਕਰੂਗਾ। ਪਰ ਜਦੋਂ ਤੁਸੀਂ ਅਣਦੇਖਿਆ ਵਿਸ਼ਵਾਸ ਕਰੋਗੇ, ਉਹ ਕੀ ਕਰੇਗਾ? ਉਹ ਤੁਹਾਨੂੰ ਡਿਲੀਵਰ ਕਰੇਗਾ, ਤੁਹਾਨੂੰ ਬਲੈਸ ਕਰੇਗਾ। ਕਿਉਂ? ਕਿਉਂਕਿ ਤੁਸੀਂ ਉਸ ਸਮੇਂ ਦੇ ਅੰਦਰ ਅੰਗੀਕਾਰ ਕੀਤੇ ਜਿਸ ਸਮੇਂ ਤੁਹਾਨੂੰ ਇਬਰਾਹਿਮ ਦੇ ਵਾਂਗ ਕੁਝ ਵੀ ਨਹੀਂ ਦਿਖਦਾ ਪਿਆ ਸੀ। ਫਿਰ ਉਹਦਾ ਕੀ ਫਾਇਦਾ ਹੋਊਗਾ? ਜਦੋਂ ਤੁਸੀਂ ਕਿਸੇ ਨੂੰ ਥੋੜਾ ਜਿਹਾ ਬੋਲੋਗੇ, ਤੁਹਾਨੂੰ ਕੋਈ ਕਹੇਗਾ ਕਿ ਸਿਸਟਰ ਜੀ, ਬ੍ਰਦਰ ਜੀ, ਸਾਡੇ ਘਰ ਇਹ ਪ੍ਰੋਬਲਮ ਆ, ਮੇਰੇ ਬੇਬੀ ਨਹੀਂ ਹੈਗਾ, ਤੁਹਾਡਾ ਇੱਕ ਸ਼ਬਦ ਉਹਦੀ ਲਾਈਫ 'ਚ ਬਦਲ ਕੇ ਰੱਖ ਸਕਦਾ ਹੈ ਕਿ ਬ੍ਰਦਰ ਡੋਂਟ ਵਰੀ, ਸਿਸਟਰ ਡੋਂਟ ਵਰੀ, ਆਈ ਵਿਲ ਪ੍ਰੇ ਫॉर ਯੂ, ਮੈਂ ਤੇਰੇ ਲਈ ਪ੍ਰੇਅਰ ਕਰਾਂਗਾ, ਮੈਂ ਕਰਾਂਗੀ, ਪਰਮੇਸ਼ਰ ਤੈਨੂੰ ਬਰਕਤ ਦਊਗਾ। ਕਿਉਂ? ਕਿਉਂਕਿ ਤੁਸੀਂ ਪਿੱਛੋਂ ਤਿਆਰੀ ਕਰਕੇ